श्री वाहिगुरु साहिब जी। श्री नानक पुरुषोत्तम परम परावर नाथ, युगल चरण मम बंदना। तर पर तर कर माथ, गुरु नानक पाद पंकज बंदन, पाद पंकज बंदन। सिमरं अंगद दोख निकंदन। अमरदास गुर हृदय त्यावा, हृदय त्यावा। श्री गुरु रामदास गुण गावा। गुरु अर्जन विगनन के नासक, विगनन के नासक। श्री गुरु हर गोबिंद सोब सुमत प्रकाशक। गुरु हर राय नमोकार जोरी, नमोकार जोरी। श्री हर कृष्ण मनाए बहोरी। तिग बहादुर परम कृपाला, परम कृपाला। श्री गुरु गोबिंद सिंह विशाला। तरु तरा पर पुन पुन सीसा, पुन पुन सीसा। बंदो बार बार जगदीसा। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। दोहरा श्री अर्जन अर्जन सुनत, अर्जन जस विस्तार। बानी अर्जुन बान जिन, बंधन पद सिर तार। श्री अर्जन अर्जन सुनत। वाहिगुरु जी का खालसा, वाहिगुरु जी की फतेह। सच्चे पातशाह दीन दयाल सतगुरु जागदी जोत 10 पातशाहियों के आत्मक स्वरूप पतित पावन
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਸਤਸੰਗਤ ਦਾ ਪਵਿੱਤਰ ਸਮਾਂ ਸਵਾਸਾਂ ਦੇ ਸਫਲ ਕਰਨ ਵਾਸਤੇ ਆਪਾਂ ਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸ੍ਰੀ ਗੁਰੂ ਜੀ ਜਿਸ ਸਮੇਂ ਸੁਲਤਾਨਪੁਰ ਦੇ ਅੰਦਰ ਮੋਦੀ ਦੀ ਕਾਰ ਸਤਿਗੁਰਾਂ ਜੀ ਨੇ ਸੰਭਾਲੀ ਹੈ, ਬਹੁਤ ਸਤਿਗੁਰਾਂ ਜੀ ਦਾ ਪਵਿੱਤਰ ਜਸ ਫੈਲਿਆ। ਕੋਈ ਵੀ ਮੰਗਤਾ ਖਾਲੀ ਨਹੀਂ ਮੁੜਦਾ। ਸਤਿਗੁਰੂ ਜੀ ਦੇ ਪਵਿੱਤਰ ਜਸ ਨੂੰ ਸੁਣ ਕੇ ਬਹੁਤ ਭਾਰੀ ਲੋਕ ਆਉਂਦੇ ਆ। ਉਸ ਹੱਟ ਦੇ ਅੱਗੇ ਲੈਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਵੱਡੀ ਸਵੇਰ ਤੋਂ ਲੈ ਕੇ ਸੂਰਜ ਦੇ ਛਿਪਣ ਤੱਕ ਦੋਹੀਂ ਹੱਥੀਂ ਸਤਿਗੁਰੂ ਜੀ ਦਾਤਾਂ ਲਟਾਉਂਦੇ ਆ। ਵੇਖਣ ਵਾਲੇ ਕਈ ਈਰਖਾ ਵੀ ਕਰਦੇ ਆ ਕਿ ਦੌਲਤ ਖਾਂ ਦਾ ਮੋਦੀ ਖਾਨਾ ਇਹ ਲੁਟਾ ਦੇਣਗੇ। ਸੱਚੇ ਪਾਤਸ਼ਾਹ ਜੀ ਦੇ ਉੱਪਰ ਕੁਝ ਇੱਕ ਸ਼ਰਧਾ ਕਰਦੇ ਹੋਏ ਕਹਿੰਦੇ ਆ, ਇਹ ਤਾਂ ਦਾਤੇ ਨੇ, ਸਭ ਦਾ ਹੀ ਦੁੱਖ ਵਡਾਉਂਦੇ ਹਨ। ਕੋਈ ਭੁੱਖਾ ਕੋਈ ਨੰਗਾ ਨਹੀਂ ਮੁੜਦਾ। ਇਹਨਾਂ ਦੇ ਦੁਆਰੇ ਤੋਂ ਪਰਮੇਸ਼ਰ ਬਰਕਤ ਪਾ ਰਿਹਾ ਹੈ। ਭੋਲੇ ਨਹੀਂ ਜਾਣਦੇ ਕਿ ਖੁਦ ਆਪ ਹੀ ਨਿਰੰਕਾਰ ਹਨ, ਜੋ ਜੀਆਂ ਦਾ ਭਲਾ ਕਰਨ ਲਈ ਕਲਯੁਗ ਵਿੱਚ ਨਾਮ ਦਾ ਛੱਟਾ ਦੇਣ ਲਈ ਆਪ ਵਾਹਿਗੁਰੂ ਜੀ ਅਵਤਾਰ ਧਾਰ ਕੇ ਆਏ ਹੈ। ਸੱਚੇ ਪਾਤਸ਼ਾਹ ਜਦੋਂ ਇਸ ਤਰ੍ਹਾਂ ਮੋਦੀ ਦੀ ਕਾਰ ਕਰ ਰਹੇ ਹੈ, ਹਜ਼ੂਰ ਦੀ ਵੱਡੀ ਵਡਿਆਈ ਤਲਵੰਡੀ ਤੱਕ ਪਹੁੰਚੀ। ਰਾਏ ਜੀ ਨੇ ਜਦੋਂ ਮਹਾਰਾਜ ਦੀ ਵਡਿਆਈ ਸੁਣੀ, ਬਹੁਤ ਖੁਸ਼ ਹੋਇਆ ਮਨ ਰਾਏ ਜੀ ਦਾ। ਬੜੀ ਸਤਿਗੁਰੂ ਜੀ ਦੀ ਯਾਦ ਆਈ, ਇਉਂ ਪਿਆਰ ਨਾਲ ਹਿਰਦਾ ਭਰ ਗਿਆ। ਬਾਬਾ ਕਾਲੂ ਜੀ ਵੀ ਬਹੁਤ ਖੁਸ਼ ਹੋਏ। ਮਨ ਵਿੱਚ ਫਿਰ ਖਿਆਲ ਕੀਤਾ ਕਿ ਹੁਣ ਆਪਣੇ ਪੁੱਤਰ ਨੂੰ ਮੈਂ ਸਮਝਾਵਾਂ ਜਾ ਕੇ ਕਿ ਧਨ ਕਿਵੇਂ ਇਕੱਠਾ ਕਰੀਦਾ, ਕੁਝ ਸਿਆਣਪ ਦੇ ਕੇ ਆਵਾਂ ਨਾਲੇ, ਤੇ ਜਿੰਨਾ ਕੁ ਇਕੱਠਾ ਕੀਤਾ ਉਹ ਲੈ ਆਵਾਂਗਾ। ਇਉਂ ਸੋਚ ਕੇ ਰਾਏ ਜੀ ਤੋਂ ਆਗਿਆ ਪਾ ਕੇ ਬਾਬਾ ਕਾਲੂ ਜੀ ਜਦੋਂ ਸੁਲਤਾਨਪੁਰ ਲੋਧੀ ਆਏ ਹੈ, ਮਹਾਰਾਜ ਸਾਹਿਬ ਜੀ ਨੂੰ ਹੱਟ ਵਿੱਚ ਬੈਠਿਆਂ ਵੇਖਿਆ। ਹਜ਼ੂਰ ਨੇ ਉੱਠ ਕੇ ਪਿਤਾ ਜੀ ਨੂੰ ਨਮਸਕਾਰ ਕੀਤੀ। ਅੰਦਰ ਲੈ ਗਏ। ਸੱਚੇ ਪਾਤਸ਼ਾਹ ਬਾਬਾ ਕਾਲੂ ਜੀ ਪਲੰਘੇ ਤੇ ਬੈਠੇ ਹੈ। ਸ੍ਰੀ ਗੁਰੂ ਜੀ ਦੇ ਮਸਤਕ ਤੇ ਹੱਥ ਫੇਰਦੇ ਆ, ਬੜਾ ਪਿਆਰ ਕਰਦੇ ਆ, ਬੜਾ ਨੇਹ ਕਰ ਰਹੇ ਹੈ। ਮੱਥਾ ਚੁੰਮਿਆ ਏ। ਭਾਈ ਬਾਲਾ ਜੀ ਕਹਿੰਦੇ ਮੈਂ ਲਾਗੇ ਖਲੋਤਾ ਸਾਂ। ਸ੍ਰੀ ਗੁਰੂ ਜੀ ਨੂੰ ਪੁੱਛਿਆ ਕਿ ਹੁਣ ਤੱਕ ਕਿੰਨਾ ਕੁ ਧਨ ਜੋੜ ਲਿਆ। ਮਹਾਰਾਜ ਕਹਿੰਦੇ ਜਿੰਨਾ ਖਰਚਾ ਹੈ, ਜਿੰਨੀ ਆਮਦਨ ਹੈ, ਉਨਾ ਹੀ ਖਰਚਾ ਹੈ, ਇੱਕ ਵੀ ਕੌਡੀ ਨਹੀਂ ਜੋੜੀ। ਉਸੇ ਸਮੇਂ ਹੀ ਬਾਬਾ ਕਾਲੂ ਜੀ ਦਾ ਸੁਭਾਅ ਬਦਲ ਗਿਆ। ਬਹੁਤ ਜ਼ਿਆਦਾ ਸਖਤ ਬਚਨ ਕਹੇ ਕਿ ਅਜੇ ਵੀ ਤੁਹਾਨੂੰ ਸਮਝ ਨਹੀਂ ਪਈ, ਧਨ ਉਵੇਂ ਹੀ ਪਹਿਲਾਂ ਦੀ ਤਰ੍ਹਾਂ ਹੀ ਬਰਬਾਦ ਕਰ ਦਿਓ। ਭਾਈ ਬਾਲਾ ਜੀ ਨੂੰ ਕਿਹਾ ਕਿ ਤੂੰ ਹੀ ਸਮਝਾਉਣਾ ਸੀ। ਫਿਰ ਭਾਈ ਬਾਲਾ ਜੀ ਚੁੱਪ ਰਹੇ। ਬਾਬਾ ਕਾਲੂ ਜੀ ਕਹਿੰਦੇ ਤੁਹਾਡੀ ਦੋਵਾਂ ਦੀ ਇੱਕੋ ਜਿਹੀ ਜੋੜੀ ਰਲੀ ਹੈ ਧਨ ਦੇ ਖਰਚਣ ਨੂੰ। ਇਸ ਪ੍ਰਕਾਰ ਦੇ ਬੋਲ ਕਹਿੰਦੇ ਆ ਫਿਰ ਘਰ ਨੂੰ ਚਲੇ ਗਏ ਹੈ। ਜਦੋਂ ਆਪਣੀ ਸਪੁੱਤਰੀ ਮਹਾਰਾਜ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਨੂੰ ਜਿਵੇਂ ਬਾਬਾ ਕਾਲੂ ਜੀ ਮਿਲਦੇ ਹੈ, ਜੈਰਾਮ ਜੀ ਜਿਵੇਂ ਆ ਕਰਕੇ ਮਿਲਦੇ ਹਨ, ਉਹ ਅਗਲਾ ਅਧਿਆਇ ਆਰੰਭ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੀ ਦੇ ਵਿਚਿੱਤਰ ਜੀਵਨ ਦੀ ਕਥਾ ਜਿਵੇਂ ਆ ਰਹੀ, ਆਓ ਪਿਆਰ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ
ਦੋਹਰਾ ਸ੍ਰੀ ਅਰਜਨ ਅਰਜਨ ਸੁਨਤ ਅਧਿਆਇ ਦੀ ਆਰੰਭਤਾ ਕਰਦੇ ਹੋਏ ਕਵਿਰਾਜ ਮੰਗਲਾਚਰਨ ਕਰਦੇ ਹੈ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨੂੰ ਮਨਾਉਂਦੇ ਹੈ। ਸਤਿਗੁਰੂ ਜੀ ਦੀ ਉਸਤਤੀ ਵਡਿਆਈ ਕਰਦਿਆਂ ਹੋਇਆਂ ਫਰਮਾਉਂਦੇ ਹਨ ਸ੍ਰੀ ਅਰਜਨ ਅਰਜਨ ਸੁਨਤ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸ਼੍ਰੀ ਸ਼੍ਰੋਮਣੀ ਹਨ ਸਤਿਗੁਰੂ ਜੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਿੱਖਾਂ ਦੀ ਜਿਹੜੀਆਂ ਅਰਜ਼ਾਂ ਹਨ ਨਾ ਬੇਨਤੀਆਂ ਇਹ ਸਤਿਗੁਰੂ ਜੀ ਦੇ ਨਾਮ ਤੇ ਹੀ ਅਰਜਨ ਸ਼ਬਦ ਵਰਤ ਕੇ ਕਵਿਰਾਜ ਮੰਗਲਾਚਰਨ ਕਰਦੇ ਹੈ। ਤੇ ਕਵਿਰਾਜ ਦੀ ਵਿਦਵਤਾ ਹੈ ਕਿ ਅਰਜਨ ਸ਼ਬਦ ਦੇ ਹੀ ਨਾਨਾ ਪ੍ਰਕਾਰ ਦੇ ਅਰਥ ਜਿਹੜੇ ਆ ਨਾ ਉਹ ਕਵਿਰਾਜ ਰੱਖਦੇ ਹੈ। ਹੋਰਨੀ ਥਾਈਂ ਵੀ ਸ੍ਰੀ ਗੁਰੂ ਜੀ ਦਾ ਮੰਗਲ ਇਉਂ ਹੀ ਬਹੁਤ ਜਿਹੜਾ ਹੈ ਅਰਜਨ ਸ਼ਬਦ ਦਾ ਭੇਦ ਰੱਖ ਕੇ ਕਵਿਰਾਜ ਜੀ ਕਰਦੇ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸਿੱਖਾਂ ਦੀਆਂ ਜਿਹੜੀਆਂ ਅਰਜ਼ਾਂ ਹਨ ਰਜੋਈਆਂ ਹਨ ਬੇਨਤੀਆਂ ਹਨ ਉਹ ਸਤਿਗੁਰੂ ਜੀ ਸੁਣਨ ਵਾਲੇ ਹੈ। ਕਿੱਥੇ ਸਿੱਖ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੇ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਿੱਖ ਦੀ ਬੇਨਤੀ ਸਤਿਗੁਰੂ ਜੀ ਉਸੇ ਤਰ੍ਹਾਂ ਹੀ ਅੰਤਰਾਤਮੇ ਜਾਣ ਲੈਂਦੇ ਹੈ। ਜਿਵੇਂ ਸਰਹੰਦ ਦੇ ਅੰਦਰ ਦੋ ਸੁਨਿਆਰੀ ਸਿੱਖਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਧਿਆਨ ਕਰਕੇ ਤਪਦੇ ਕੜਾਹੇ ਵਿੱਚ ਹੱਥ ਪਾ ਦਿੱਤਾ ਸੀ ਤੇਲ ਦੇ ਕੜਾਹੇ ਵਿੱਚ। ਜਿਸ ਸਮੇਂ ਹੱਥ ਤੇਲ ਨੇ ਨਹੀਂ ਸੀ ਸਾੜਿਆ ਨਾ ਤਾਂ ਉਸ ਮੁਸਲਮਾਨ ਨੇ ਕਿਉਂਕਿ ਇਹ ਸਾਖੀ ਲੰਬੀ ਹੈ ਜਿਹਦਾ ਕੈਂਠਾ ਕੋਲ ਰੱਖਿਆ ਸੀ ਪਰ ਪਤਾ ਨਹੀਂ ਸੀਗਾ ਤਾਂ ਉਸ ਸਮੇਂ ਕਹਿਣ ਲੱਗਾ ਉਹ ਮੁਸਲਮਾਨ ਕਿ ਤੁਸੀਂ ਜਿਹੜਾ ਹੈ ਭੁੱਲ ਗਏ ਸੀ ਭਾਵੇਂ ਪਰ ਫਿਰ ਵੀ ਸੀਗੇ ਤਾਂ ਝੂਠੇ ਨਾ ਤੁਹਾਡੇ ਕੋਲ ਸੀਗਾ ਮੇਰਾ ਸਮਾਨ ਪਰ ਫਿਰ ਵੀ ਤੁਹਾਡਾ ਹੱਥ ਨਹੀਂ ਸੜਿਆ। ਉਹ ਤੇ ਸਮੇਂ ਸਿੱਖ ਨੇ ਦੱਸਿਆ ਮੈਂ ਗੁਰੂ ਅਰਜਨ ਸਾਹਿਬ ਦੇ ਅੱਗੇ ਬੇਨਤੀ ਕੀਤੀ ਸੀ ਸਾਨੂੰ ਨਹੀਂ ਸੀ ਪਤਾ ਪਰ ਜਦੋਂ ਪਤਾ ਲੱਗ ਗਿਆ ਉਦੋਂ ਤਾਂ ਲਿਆ ਕੇ ਦੇ ਦਿੱਤਾ। ਅਗਿਆਤ ਸਿੱਖ ਜੇ ਕਿਸੇ ਚੀਜ਼ ਦਾ ਪਤਾ ਨਹੀਂ ਅਣਜਾਣਪੁਣੇ 'ਚ ਭੁੱਲ ਹੋ ਜਾਵੇ ਤਾਂ ਵੀ ਸਿੱਖ ਦੀ ਅਰਜ਼ ਬੇਨਤੀ ਸੁਣ ਕੇ ਮਹਾਰਾਜ ਆਪਣੇ ਸਿੱਖ ਦੀ ਰੱਖਿਆ ਕਰਦੇ ਆ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਜ਼ੂਰ ਦੇ ਅੱਗੇ ਬੇਨਤੀ ਕਰੇ ਸਿੱਖ ਮਹਾਰਾਜ ਉਸੇ ਵੇਲੇ ਸਿੱਖ ਦੀ ਬੇਨਤੀ ਸਤਿਗੁਰੂ ਜੀ ਸੁਣਦੇ ਹਨ। ਅਰਜਨ ਜਸ ਵਿਸਤਾਰ ਤੇ ਇਸ ਤੀਸਰੇ ਅਰਜਨ ਦਾ ਅਰਥ ਕਵਿਰਾਜ ਕਰਦੇ ਅਰਜਨ ਤੋਂ ਅਰਥ ਹੁੰਦਾ ਹੈ ਉਜਲ ਚਿੱਟਾ। ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸਵ ਹੈ ਨਾ ਉਹ ਉਜਲ ਫੈਲ ਰਿਹਾ ਸੰਸਾਰ ਦੇ ਅੰਦਰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਦੋਂ ਸਿੱਖ ਨੂੰ ਇਹ ਹੀ ਭਾਵਨਾ ਬਣ ਜੇ ਨਾ ਕਿ ਮਹਾਰਾਜ ਮੇਰੀ ਬੇਨਤੀ ਸੁਣ ਰਹੇ ਹੈ ਇਹੀ ਇੱਕ ਏਡਾ ਵੱਡਾ ਸੁੱਖ ਹੁੰਦਾ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਕਹੇ ਹੋਏ ਬੋਲ ਮੇਰੀ ਕਹੀ ਹੋਈ ਅਰਜ਼ੋਈ ਮਹਾਰਾਜ ਸੁਣ ਰਹੇ ਹੈ ਤੇ ਪੂਰੀਆਂ ਉਸੇ ਵੇਲੇ ਹੋ ਜਾਂਦੀ ਜੇ ਇਹੋ ਜੀ ਸ਼ਰਧਾ ਮਨ ਦੇ ਅੰਦਰ ਆ ਜਾਵੇ। ਸੱਚੇ ਪਾਤਸ਼ਾਹ ਜੀ ਦੇ ਉੱਪਰ ਕਵਿਰਾਜ ਕਹਿੰਦੇ ਸਿੱਖਾਂ ਨੂੰ ਇਹ ਸ਼ਰਧਾ ਇਹ ਵਿਸ਼ਵਾਸ ਕਰਨਾ ਚਾਹੀਦਾ ਕਿ ਮਹਾਰਾਜ ਆਪਣੇ ਸਿੱਖਾਂ ਦੀਆਂ ਬੇਨਤੀਆਂ ਸੁਣਨ ਵਾਲੇ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਉਜਲ ਜਸ ਜਿਹੜਾ ਸੰਸਾਰ ਦੇ ਅੰਦਰ ਫੈਲ ਰਿਹਾ ਹੈ। ਬਾਣੀ ਅਰਜੁਨ ਬਾਣ ਜਿਨ ਫਿਰ ਕਹਿੰਦੇ ਆ ਜਿਹੜਾ ਮਹਾਂਭਾਰਤ ਦੇ ਅੰਦਰ ਸ਼੍ਰੀ ਕ੍ਰਿਸ਼ਨ ਜੀ ਦਾ ਮਿੱਤਰ ਹੋਇਆ ਪਾਂਡਵਾਂ ਦਾ ਭਰਾ ਅਰਜਨ ਉਹਦੇ ਕਹਿੰਦੇ ਤੀਰ ਬੜੇ ਜਿਹੜੇ ਸੀ ਅਚੂਕ ਸੀਗੇ ਤੇ ਕਹਿੰਦੇ ਉਹਦੇ ਤੀਰ ਜਿਹੜੇ ਸੀ ਅਮੋਘ ਬਾਣ ਜਿਹੜੇ ਸੀ ਉਹ ਲੱਗਦੇ ਸੀ ਨਿਸ਼ਾਨੇ ਤੇ ਜਾ ਕੇ ਲਕਸ਼ ਨੂੰ ਵਿੰਨ ਦਿੰਦੇ ਸੀਗੇ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਜਿਹੜੀ ਹੈ ਨਾ ਉਹ ਤੀਰਾਂ ਦੀ ਤਰ੍ਹਾਂ ਸਿੱਖਾਂ ਦੇ ਹਿਰਦੇ ਰੂਪੀ ਲਕਸ਼ ਨੂੰ ਵਿੰਨ ਦੇਣ ਵਾਲੀ ਹੈ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬੋਲ ਇਸ ਕਦਰ ਜੀਵਾਂ ਦੇ ਉੱਤੇ ਅਸਰ ਕਰਦੇ ਹੈ। ਸ੍ਰੀ ਗੁਰੂ ਜੀ ਦੀ ਬਾਣੀ ਪੜ੍ਹਦਿਆਂ ਜਿਹੜੇ ਕਠੋਰ ਚਿੱਤ ਹੈ ਮਨਮੁਖ ਚਿੱਤ ਹਨ ਉਹ ਵੀ ਸਤਿਗੁਰੂ ਜੀ ਦੇ ਸਨਮੁਖ ਹੋ ਜਾਂਦੇ ਹੈ। ਕਠੋਰ ਤੋਂ ਚਿੱਤ ਨਰਮ ਹੋ ਜਾਂਦਾ ਹੈ ਦੈਵੀ ਗੁਣ ਅੰਦਰ ਆ ਜਾਂਦੇ ਹੈ ਤੇ ਇਹੋ ਜਿਹਾ ਪ੍ਰੀਤ ਦਾ ਘਾਵ ਅੰਦਰ ਪੈਂਦਾ ਹੈ ਕਿ ਜੀਵ ਫਿਰ
ਔਗਣਾਂ ਨੂੰ ਛੱਡ ਕੇ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਂਦਾ ਹੈ, ਪਰਮੇਸ਼ਰ ਦਾ ਹੀ ਰੂਪ ਹੋ ਨਿਬੜਦਾ ਹੈ। ਐਸੀ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਸ਼ਕਤੀ ਹੈ। ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਜੋ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੀ ਹੈ। ਐਸੀ ਸਤਿਗੁਰਾਂ ਜੀ ਨੇ ਅੰਮ੍ਰਿਤ ਬਾਣੀ ਆਪਣੇ ਸ਼੍ਰੀ ਕੰਠ ਤੋਂ ਉਚਾਰੀ ਹੈ ਕਿ ਜਿਵੇਂ ਜੀਵ 24,000 ਸਵਾਸ ਲੈਂਦਾ ਹੈ ਤੇ ਇਹ 24 ਅਸ਼ਟਪਦੀਆਂ ਹੀ ਧਰ ਕੇ ਮਹਾਰਾਜ ਨੇ ਕਿਹਾ ਸਾਰਾ ਹੀ ਉਹਦਾ ਦਿਨ ਦੇ ਵੀ 4 ਪਹਿਰ ਤੇ ਰਾਤ ਦੇ ਵੀ 4 ਪਹਿਰ ਸਫਲੇ ਹੋ ਜਾਣਗੇ ਜਿਹੜਾ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਐਸੀ ਪਵਿੱਤਰ ਬਾਣੀ ਹੈ ਜੋ ਅਮੋਘ ਬਾਣਾਂ ਦੀ ਤਰ੍ਹਾਂ ਹੈ। ਭਾਵੇਂ ਅਰਜਨ ਦੇ ਤੀਰ ਤਾਂ ਚੁੱਕ ਗਏ, ਪਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਤੀਰ ਜਿਸ ਨੇ ਖਾਧਾ ਹੈ ਨਾ ਆਪਣੇ ਹਿਰਦੇ ਰੂਪੀ ਅਸਥਾਨ ਦੇ ਉੱਤੇ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਾਣੀ ਰੂਪੀ ਤੀਰਾਂ ਦੇ ਲੱਗਣੇ ਕਰਕੇ ਉਹ ਸਿੱਖ ਬ੍ਰਹਮ ਰੂਪ ਹੀ ਹੋ ਗਏ। ਕਿੰਨੇ ਬ੍ਰਹਮ ਗਿਆਨੀ ਸਿੱਖ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਣਾਏ। ਗਰੀਬ ਨਿਵਾਜ ਸਤਿਗੁਰਾਂ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਦਾ ਏਡਾ ਵੱਡਾ ਯੱਗ ਲਾਇਆ। ਜਦੋਂ ਸੇਵਾ ਸੰਪੂਰਨ ਹੋਈ ਤੇ ਸਤਿਗੁਰਾਂ ਜੀ ਨੇ ਆਖਿਆ, ਭਾਈ ਸਿੱਖੋ, ਜਿਨ੍ਹਾਂ ਸੇਵਾ ਕੀਤੀ ਆਓ ਅਸੀਂ ਬਖਸ਼ਿਸ਼ਾਂ ਵੰਡਣ ਲੱਗੇ ਹਾਂ, ਬਖਸ਼ਾਂ ਲਓ। ਤੇ ਭਾਈ ਬਹਿਲੋ ਜੀ ਪਿੱਛੇ ਖਲੋਤੇ ਸੀਗੇ, ਜਿਨ੍ਹਾਂ ਨੇ ਇੱਟਾਂ ਦੇ ਆਵਿਆਂ ਦੇ ਉੱਤੇ ਸੇਵਾ ਕੀਤੀ ਸੀ। ਸਰੀਰ ਦੀ ਚਮੜੀ ਸਾਰੀ ਉੱਛ ਗਈ ਸੀਗੀ, ਏਡੀ ਭਾਵਨਾ ਨਾਲ ਸੇਵਾ ਕੀਤੀ। ਸਤਿਗੁਰਾਂ ਜੀ ਨੇ ਉਹਨਾਂ ਦੀ ਸੇਵਾ ਵੇਖ ਕਰਕੇ ਕੀ ਕਿਹਾ ਸੀ, ਭਾਈ ਬਹਿਲੋ ਸਭ ਤੋਂ ਪਹਿਲੋਂ ਮਹਾਰਾਜ ਨੇ ਸਭ ਤੋਂ ਪਹਿਲਾ ਦਰਜਾ ਦੇ ਕੇ ਬ੍ਰਹਮ ਗਿਆਨ ਦਾ ਵਰ ਬਖਸ਼ਿਸ਼ ਕੀਤਾ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਨੰਨ ਬ੍ਰਹਮ ਗਿਆਨੀ ਸਿੱਖ ਗਰੀਬ ਨਿਵਾਜ ਸਤਿਗੁਰੂ ਜੀ ਜਿਨ੍ਹਾਂ ਉੱਤੇ ਆਪਣੀ ਬਾਣੀ ਦਾ ਬਾਣ ਮਾਰਦੇ ਆ, ਤੀਰ ਮਾਰਦੇ ਆ, ਉਹਨਾਂ ਨੂੰ ਵਾਹਿਗੁਰੂ ਦਾ ਸਰੂਪ ਹੀ ਸੱਚੇ ਪਾਤਸ਼ਾਹ ਬਣਾ ਦਿੰਦੇ ਹਨ। ਬੰਧਨ ਪਦ ਸਿਰ ਧਾਰ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਕਵਿਰਾਜ ਕਹਿੰਦੇ, ਮੇਰੀ ਬੰਦਨਾ ਹੈ ਸਿਰ ਧਰ ਕਰਕੇ। ਆਪਣਾ ਸੀਸ ਲਾ ਕੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਦੋਹਰਾ ਮਿਲਿਓ ਜਾਏ ਕਹਿ ਨਾਨਕੀ। ਇਸ ਸਮੇਂ ਬਾਬਾ ਕਾਲੂ ਜੀ ਜਦੋਂ ਹੱਟ ਦੇ ਵਿੱਚੋਂ ਸ੍ਰੀ ਗੁਰੂ ਜੀ ਨੂੰ ਇਉਂ ਕਠੋਰ ਬੋਲਦਿਆਂ ਭਾਈ ਬਾਲਾ ਜੀ ਨੂੰ ਵੀ ਨਾਲ ਹੀ ਜਿਹੜੇ ਸੀ ਸਖਤ ਬਚਨ ਕਹਿੰਦਿਆਂ ਹੋਇਆਂ ਘਰ ਵੱਲ ਨੂੰ ਤੁਰੇ। ਜੈ ਰਾਮ ਜੀ ਨੂੰ ਮਿਲਣ ਵਾਸਤੇ, ਆਪਣੀ ਸੁਪੁੱਤਰੀ ਨਾਨਕੀ ਜੀ ਨੂੰ ਮਿਲਣ ਵਾਸਤੇ। ਤੇ ਜਦੋਂ ਘਰ ਵਿੱਚ ਆਏ ਹਨ ਫਿਰ ਪੜੋ ਮਿਲਿਓ ਜਾਏ ਕਹਿ ਨਾਨਕੀ। ਮਿਲੇ ਹਨ ਬਾਬਾ ਕਾਲੂ ਜੀ ਜਾ ਕਰਕੇ ਆਪਣੀ ਸੁਪੁੱਤਰੀ ਨਾਨਕੀ ਜੀ ਦੇ ਤਾਈ। ਮਨ ਕਰ ਅਦਕ ਸਨੇਹ। ਮਨ ਦੇ ਬਹੁਤ ਜ਼ਿਆਦਾ ਸਨੇਹ ਪਿਆਰ ਦੇ ਨਾਲ ਆਪਣੀ ਧੀ ਨੂੰ ਆ ਕਰਕੇ ਮਿਲੇ ਨੇ। ਅਸਨ ਬਸਨ ਆਨਿਓ ਤੋ। ਜਿਹੜਾ ਆਪਣੀ ਧੀ ਵਾਸਤੇ ਲਿਆਂਦਾ ਸੀਗਾ, ਕਿਉਂਕਿ ਮਾਪਿਆਂ ਦਾ ਇਹ ਸਦਾ ਹੀ ਹੁੰਦਾ ਹੈ, ਆਪਣੀ ਔਲਾਦ ਦਾ ਬੜਾ ਨੇਹ ਕਰਦੇ ਆ, ਪਿਆਰ ਕਰਦੇ ਆ। ਤੇ ਧੀ ਦੇ ਘਰ ਆਏ ਕਰਕੇ ਬਾਬਾ ਕਾਲੂ ਜੀ ਜੋ ਵਸਤਰ ਤੇ ਜਿਹੜਾ ਸੀ ਭੋਜਨ ਆਦਿਕ ਲੈ ਕਰਕੇ ਆਏ ਸੀ, ਕੋਈ ਸੁੱਕੀ ਰਸਤ ਆਦਿਕ, ਦਇਓ ਬੈਸ ਕਰ ਗ੍ਰੇਹ। ਤੇ ਘਰ ਵਿੱਚ ਆ ਬੈਠੇ ਐ। ਉਹ ਤੇ ਸਮੇਂ ਦੇਣਾ ਕੀਤਾ ਹੈ ਜੋ ਕੁਝ ਲੈ ਕਰਕੇ ਆਏ ਨੇ। ਸੋਰਠਾ ਆਇਓ ਬਹੁਰ ਜਰਾਮ। ਬਹੁਰੋ ਜੈ ਰਾਮ ਜੀ ਵੀ ਚੱਲ ਕਰਕੇ ਆਏ ਹਨ। ਸਾਦਰ ਤਿਹ ਬੰਧਨ ਕਰੀ। ਬੜੇ ਸਤਿਕਾਰ ਨਾਲ ਜੈ ਰਾਮ ਜੀ ਨੇ ਆ ਕਰਕੇ ਬਾਬਾ ਕਾਲੂ ਜੀ ਨੂੰ ਨਮਸਕਾਰ ਕੀਤੀ। ਮਿਲ ਬੈਸੇ ਸਭ ਧਾਮ। ਮਿਲ ਕਰਕੇ ਸਾਰੇ ਘਰ ਵਿੱਚ ਬੈਠੇ ਹਨ ਪਿਆਰ ਨਾਲ। ਹਿਰਦਾ ਅਮੋਦ ਹੈ ਸੰਗ ਭਰ। ਤੇ ਬਹੁਤ ਹਿਰਦੇ ਵਿੱਚ ਅਮੋਦ ਆਨੰਦ ਭਰ ਕਰਕੇ। ਸਿਬਦ ਨਾ ਛੰਦ ਮਿਲ ਰਲ ਬੈਸਾ ਕੁਸਲ ਬੁਝੇਸਾ। ਮਿਲ ਕਰਕੇ ਜਦੋਂ ਰਲ ਕੇ ਬੈਠੇ ਐ ਤੇ ਸੁਖ ਆਨੰਦ ਪੁੱਛਦੇ ਹਨ। ਬਚ ਤਬ ਕਾਲੂ ਕਹਿਤ ਉਤਾਲੂ। ਤਦੋਂ ਬੜੀ ਕਾਹਲੀ ਨਾਲ ਬਾਬਾ ਕਾਲੂ ਜੀ ਇਉਂ ਬਚਨ ਕਹਿੰਦੇ ਨੇ। ਸੁਤ ਮਮ ਆਇਓ ਨਹਿ ਸਮਝਾਇਓ। ਕਿ ਹੇ ਜੈ ਰਾਮ, ਮੇਰਾ ਪੁੱਤਰ ਇੱਥੇ ਆਇਆ। ਭਾਵ ਗੁਰੂ ਨਾਨਕ ਸਾਹਿਬ ਜੀ ਵੱਲੋਂ ਕਹਿੰਦੇ ਐ
ਕਿ ਤੁਸੀਂ ਸਮਝਾਉਣਾ ਨਹੀਂ ਕੀਤਾ। ਕਰਤ ਕੁਕਾਰਾ ਸਦਨ ਉਜਾਰਾ। ਖੋਟਾ ਕੰਮ ਹੀ ਕਰਦੇ ਐ ਸਾਰਾ, ਤੇ ਘਰ ਉਜਾੜ ਦਿੱਤਾ ਸਾਰਾ ਹੀ। ਸੁਧ ਨਹਿ ਲੀਨੀ ਤੁਮ ਕਿਆ ਕੀਨੀ। ਇਹ ਤੁਸੀਂ ਕੀ ਕੀਤਾ, ਮੇਰੇ ਪੁੱਤਰ ਦੀ ਸਾਰ ਨਹੀਂ ਲੈਣਾ ਕੀਤੀ। ਸੁਰਤ ਬਿਸਾਰਾ ਕਿਹ ਧਨ ਡਾਰਾ। ਤੇ ਤੁਸੀਂ ਖਿਆਲ ਹੀ ਭੁਲਾ ਦਿੱਤਾ ਕਿ ਧਨ ਕਿੱਥੇ ਗਵਾਉਂਦੇ ਆ, ਸਾਰਾ ਸਾਰਾ ਧਨ ਹੀ ਗਵਾ ਦਿੱਤਾ ਏ। ਨਹਿਨ ਵਿਵਾਹਾ ਚਿਤ ਮਹਿ ਚਾਹਾ। ਤੇ ਚਿੱਤ ਦੇ ਅੰਦਰ ਚਾਹਾ ਇੱਛਾ ਨਹੀਂ ਤੁਸਾਂ ਕੀਤੀ ਕਿ ਕਿਤੇ ਇਹਨਾਂ ਦਾ ਵਿਵਾਹ ਜਿਹੜਾ ਹੈ ਉਹ ਕੀਤਾ ਜਾਵੇ। ਧਨ ਨਹਿ ਖੋਵੈ ਅਸ ਬਿਦ ਹੋਵੈ। ਤੇ ਇਸ ਤਰੀਕੇ ਨਾਲ ਤੁਹਾਨੂੰ ਵੇਖਣਾ ਚਾਹੀਦਾ ਸੀ ਕਿ ਧਨ ਨਾ ਇਹ ਗਵਾਵੇ, ਧਨ ਨੂੰ ਜਿਹੜਾ ਹੈ ਉਹ ਇਕੱਠਾ ਕਰਨ। ਕਰ ਰਖਵਾਰੀ ਨਿਤ ਸੁਧਕਾਰੀ। ਹੁਣ ਤੁਸੀਂ ਨਿਤਾ ਪ੍ਰਤੀ ਖਬਰ ਲਿਓ ਤੇ ਇਸ ਪ੍ਰਕਾਰ ਧਨ ਜਿਹੜਾ ਹੈ ਨਾ ਉਹ ਨਾ ਗਵਾਉਣਾ ਕਰਨ। ਫਿਰ ਪੜੋ। ਕਰ ਰਖਵਾਰੀ ਨਿਤ ਸੁਧਕਾਰੀ। ਨਿਤਾ ਪ੍ਰਤੀ ਇਸ ਪ੍ਰਕਾਰ ਸੁਧ ਲੈਣੀ, ਰਾਖੀ ਕਰਨੀ ਇਹਨਾਂ ਦੀ ਕਿ ਧਨ ਨੂੰ ਫਜ਼ੂਲ ਨਾ ਗਵਾਉਣ। ਬਹੁ ਧਨ ਆਵੈ ਕਿਹ ਬਿਦ ਜਾਵੈ। ਬਹੁਤਾ ਧਨ ਆਉਂਦਾ ਪਰ ਪਤਾ ਨਹੀਂ ਕਿਸ ਤਰੀਕੇ ਨਾਲ ਸਾਰਾ ਚਲਿਆ ਜਾਂਦਾ ਏ। ਭਜੰਗ ਛੰਦ ਕਹਿ ਨਾਨਕੀ ਬੈਨ ਤਾਤੰ ਸੁਨੀਜੈ। ਬੇਬੇ ਨਾਨਕੀ ਜੀ ਤੇ ਸਮੇਂ ਕਹਿਣ ਲੱਗੇ, ਪਿਤਾ ਜੀ ਜਿਹੜੀ ਮੇਰੀ ਬੇਨਤੀ ਹੈ ਉਹ ਆਪ ਸੁਣਨਾ ਕਰੋ। ਲੱਗਿਓ ਕਾਰ ਭਰਾਤਾ ਭਲੇ ਹੀ ਜਨੀਜੈ। ਤੇ ਮੇਰਾ ਭਰਾ ਭਾਵ ਗੁਰੂ ਨਾਨਕ ਸਾਹਿਬ ਜੀ ਹੁਣ ਕਿਰਤ ਤੇ ਲੱਗ ਗਏ ਐ, ਇਸ ਗੱਲ ਨੂੰ ਭਲਾ ਜਾਣਨਾ ਕਰੋ, ਚੰਗਾ ਜਾਣਨਾ ਕਰੋ। ਹੋਵੇ ਹੈ ਕਿਤੇ ਥਾਏ ਵੈਸੇ ਸਗਾਈ। ਤੇ ਕੋਈ ਇਹੋ ਜਿਹੇ ਸੋਹਣੇ ਥਾਂ ਤੇ ਫਿਰ ਸਗਾਈ ਜਿਹੜੀ ਆ ਹੋ ਜਾਵੇਗੀ। ਉਦਾਸੀਨ ਜਾਂ ਕੋ ਲਖੀਜੈ ਸੁਭਾਈ। ਜਿਹੜਾ ਸੁਭਾਅ ਹੈ ਗੁਰੂ ਸਾਹਿਬ ਜੀ ਦਾ ਉਹ ਉਦਾਸੀਨ ਸੁਭਾਅ ਹੈ ਇਹਨਾਂ ਦਾ। ਇਹਾਂ ਆਨ ਤੇਰੋ ਕਛੂ ਨਾਹਿ ਖੋਈ। ਤੇ ਪਿਤਾ ਜੀ ਇੱਥੇ ਆ ਕਰਕੇ ਗੁਰੂ ਨਾਨਕ ਸਾਹਿਬ ਤੁਹਾਡਾ ਤਾਂ ਕੁਝ ਨਹੀਂ ਵਿਗਾੜ ਰਹੇ। ਸਵਾਰੈ ਵਿਗਾਰੈ ਨਿਜੰਕਾਰ ਸੋਈ। ਹੁਣ ਆਪਣੀ ਕਿਰਤ ਕਰਦੇ ਐ, ਚਾਹੇ ਸਵਾਰ ਲੈਣ ਚਾਹੇ ਵਿਗਾੜ ਲੈਣ। ਬਨੇ ਬੈਨ ਜੈ ਰਾਮ ਤਾਸੋਂ ਸੁਨਾਈ। ਤੇ ਸਮੇਂ ਜੈ ਰਾਮ ਜੀ ਵੀ ਜਿਹੜੇ ਆਪਣੇ ਮੁਖ ਤੋਂ ਬਚਨ ਕਹਿਣ ਲੱਗੇ ਬਾਬਾ ਕਾਲੂ ਜੀ ਨੂੰ ਸੁਣਾ ਕਰਕੇ, ਭਇਓ ਹੈ ਅਬੈ ਸੋਧ ਜਾਂ ਕੋ ਸਗਾਈ। ਕਹਿਣ ਲੱਗੇ ਨੇ ਕਿ ਜਿਹੜਾ ਨਾ ਸਗਾਈ ਦਾ ਉਹ ਥਾਂ ਮੈਂ ਸੋਧ ਕਰਕੇ ਵਿਚਾਰ ਕਰਕੇ ਵੇਖਿਆ ਹੈ ਤੇ ਉੱਥੇ ਆਪਾਂ ਸਗਾਈ ਜਿਹੜੀ ਆ ਉਹ ਕਰਾਂਗੇ ਕੁੜਮਾਈ। ਦੋਹਰਾ ਹਰਖਿਓ ਕਾਲੂ ਕਹਿਤ ਪੁਨ। ਜਦੋਂ ਇਉਂ ਸੁਣਿਆ ਹੈ ਤੇ ਬਾਬਾ ਕਾਲੂ ਜੀ ਸੁਣ ਕਰਕੇ ਬੜੇ ਖੁਸ਼ ਹੋਏ ਹਨ ਤੇ ਫਿਰ ਕਹਿਣ ਲੱਗੇ, ਹੋਏ ਭਲੀ ਜਹ ਠੌਰ। ਕਹਿਣ ਲੱਗੇ ਜੈ ਰਾਮ ਜਿਹੜਾ ਕੋਈ ਚੰਗਾ ਸੋਹਣਾ ਥਾਂ ਹੋਵੇ ਦੇਖ ਜਰਾਮ ਕਰੀਜੀਏ। ਜੈ ਰਾਮ ਜੀ ਵੇਖ ਕਰਕੇ ਤੁਸੀਂ ਚੰਗੀ ਤਰ੍ਹਾਂ ਸਾਰਾ ਕੁਝ ਫਿਰ ਇਹ ਰਿਸ਼ਤਾ ਕਰਨਾ ਕਰਿਓ। ਖੱਤਰੀ ਹਵੈ ਧਨ ਗੌਰ। ਤੇ ਖੱਤਰੀ ਹੋਣ, ਧਨ ਬਹੁਤ ਜ਼ਿਆਦਾ ਹੋਵੇ ਪਰ ਚੰਗੇ ਅਮੀਰ ਹੋਣ। ਇਉਂ ਬਾਬਾ ਕਾਲੂ ਜੀ ਕਹਿੰਦੇ ਆ ਜੈ ਰਾਮ ਜੀ ਨੂੰ ਕਿ ਚੰਗਾ ਸੋਹਣਾ ਥਾਂ ਵੇਖ ਕੇ ਚੰਗੇ ਅਮੀਰ ਹੋਣ, ਖੱਤਰੀ ਘਰਾਣੇ ਵਿੱਚੋਂ ਹੋਣ। ਕਬਿਤ ਭਾਖਤ ਜੈ ਰਾਮ ਚੋਣਾ ਗੋਤ ਮੂਲਾ ਨਾਮ ਤੇਹ। ਤੇ ਸਮੇਂ ਕਹਿਣ ਲੱਗੇ ਜੈ ਰਾਮ ਜੀ ਕਿ ਜਿਹੜੀ ਚੌਣੇ ਹੈ ਉਹਨਾਂ ਦੀ ਗੋਤ ਹੈ ਤੇ ਭਾਈ ਮੂਲ ਚੰਦ ਉਹਨਾਂ ਦਾ ਨਾਮ ਹੈ। ਤਨ ਜੁਆ ਹੈ ਧਾਮ ਸੋ ਰੰਧਾਵੇ ਪਟਵਾਰੀਆ। ਉਹਨਾਂ ਦੀ ਸੁਪੁੱਤਰੀ ਹੈ ਘਰ ਦੇ ਅੰਦਰ ਤੇ ਉਹ ਰੰਧਾਵਿਆਂ ਦੇ ਪਟਵਾਰੀ ਹਨ। ਉਹ ਨੌਕਰੀ ਕਰਦੇ ਆ ਪਟਵਾਰ ਦੀ ਤੁਹਾਡੇ ਵਾਂਗੂ। ਭਲੋ ਹੈ ਠਿਕਾਨੋ ਚਾਹੇ ਕੀਨ ਮੈਂ ਖੁਜਾਨੋ ਜਾਨੋ। ਤੇ ਮੈਂ ਚੰਗੀ ਤਰ੍ਹਾਂ ਜਿਹੜਾ ਖੋਜਿਆ ਹੈ ਲੱਭਿਆ ਹੈ, ਇਹ ਭਲਾ ਪਰਿਵਾਰ ਹੈ, ਚੰਗਾ ਥਾਂ ਹੈ ਜਿਹੜਾ ਮੈਂ ਵੇਖ ਕਰਕੇ ਖੋਜ ਕੇ ਲੱਭਿਆ ਹੈ। ਹੋਏ ਸੰਬੰਧ ਸੁਖ ਸਾਨੋ ਸੋ ਨਿਹਾਰੀਆ। ਵੇਖਣਾ ਕਰੋ ਇਹ ਸੰਬੰਧ ਜਿਹੜਾ ਬੜਾ ਸੁਖਦਾਇਕ ਹੋਵੇਗਾ। ਮੋਰ ਤੋਰ ਏਕ ਲਾਜ ਜਾਣੇ ਜੈਸੇ ਕਰੋ ਕਾਜ। ਬਾਬਾ ਕਾਲੂ ਜੀ ਕਹਿਣ ਲੱਗੇ ਕਿ ਮੋਰ ਤੋਰ ਏਕ ਲਾਜ। ਹੇ ਜੈ ਰਾਮ ਮੇਰੀ ਤੇ ਤੇਰੀ ਹੁਣ ਇੱਕੋ ਜੀ ਲੱਜਾ ਹੈ। ਸਾਡੀ ਜਿਹੜੀ ਹੈ ਉਹ ਕੋਈ ਵੰਡੀ ਹੋਈ ਥੋੜਾ ਹੈ ਤੇ ਇੱਕੋ ਜੀ ਸਾਡੀ ਹੁਣ ਲੱਜਾ ਹੈ। ਜਾਣਨਾ ਕਰ ਜਾਣੇ ਜੈਸੇ ਕਰੋ ਕਾਜ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਠੀਕ ਸਮਝਦੇ ਹੋ ਉਸੇ ਤਰ੍ਹਾਂ ਕੰਮ ਜਿਹੜਾ ਉਹ ਕਰਨਾ ਕਰੋ। ਆਪ ਤੂੰ ਸਿਆਨੋ ਬੈਨ ਕਾਲੂ ਉਚਾਰੀਆ। ਆਪ ਜੈ ਰਾਮ ਤੂੰ ਸਿਆਣਾ ਹੈ
ਇਸ ਤਰ੍ਹਾਂ ਬਾਬਾ ਕਾਲੂ ਜੀ ਨੇ ਆਪਣੇ ਮੁਖ ਤੋਂ ਬਚਨ ਕਹਿਣਾ ਕੀਤਾ। ਜੈਸੇ ਸੁਖ ਤੰਨਿਆ ਕੋ ਸੀਤਲ ਸੋ ਨੈਣ ਮੇਰੇ। ਬਾਬਾ ਕਾਲੂ ਜੀ ਕਹਿੰਦੇ ਆ ਜਿਵੇਂ ਆਪਣੀ ਧੀ ਵੱਲੋਂ ਮੇਰੇ ਨੇਤਰ ਬੜੇ ਹੀ ਸੀਤਲ ਨੇ, ਠੰਡੇ ਨੇ, ਇਹਨੂੰ ਸੁਖੀ ਵੇਖ ਕਰਕੇ। ਤੈਸੋ ਪਿਖੋ ਨਾਨਕ ਕੋ ਲਾਲਸਾ ਹਮਾਰੀਆ। ਇਸੇ ਤਰ੍ਹਾਂ ਹੀ ਮੈਂ ਆਪਣੇ ਪੁੱਤਰ ਨਾਨਕ ਨੂੰ ਸੁਖੀ ਵੇਖਣਾ ਚਾਹੁੰਦਾ ਹਾਂ। ਇਹ ਮੇਰੀ ਲਾਲਸਾ ਹੈ, ਇਹ ਮੇਰੀ ਇੱਛਾ ਹੈ। ਵੇਖੋ, ਇਹ ਭਾਵੇਂ ਸ੍ਰੀ ਗੁਰੂ ਜੀ ਦੇ ਪਿਤਾ ਜੀ ਮਹਾਰਾਜ ਨੂੰ ਦੁਰਵਾਕ ਕਹਿੰਦੇ ਐ ਧਨ ਦੇ ਇਕੱਠਿਆਂ ਕਰਨ ਵਾਸਤੇ, ਪਰ ਉਹਦੇ ਪਿੱਛੇ ਵੀ ਸ੍ਰੀ ਗੁਰੂ ਜੀ ਦਾ ਸੁੱਖ ਵੇਖਣਾ ਚਾਹੁੰਦੇ ਐ। ਇਹ ਮਹਾਰਾਜ ਦੇ ਪਿਤਾ ਜੀ ਦੀ ਲਾਲਸਾ ਹੈ। ਆਪ ਕਹਿ ਰਹੇ ਐ, ਮੁਖ ਤੇ ਭਾਵੇਂ ਆਪਣੇ ਪੁੱਤਰ ਨੂੰ ਕਿੰਨੀਆਂ ਸਿੱਖਿਆਵਾਂ ਦਿੰਦੇ ਐ, ਪਰ ਨਹੀਂ ਨਾ ਜਾਣਦੇ ਕਿ ਤਾਂ ਸੰਸਾਰ ਦਾ ਉਧਾਰ ਕਰਨ ਲਈ ਆਏ ਐ। ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਉਂ ਸੁੱਖ ਵੇਖਣਾ ਚਾਹੁੰਦੇ ਐ, ਜਿਵੇਂ ਦੁਨਿਆਵੀ ਤੌਰ ਤੇ ਮਾਤਾ ਪਿਤਾ ਇੱਛਾ ਕਰਦੇ ਐ। ਜੈ ਰਾਮ ਜੀ ਦੇ ਤਾਈਂ ਕਹਿੰਦੇ ਐ, ਜਿਵੇਂ ਆਪਣੀ ਧੀ ਨੂੰ ਸੁਖੀ ਵਸਦੀ ਵੇਖ ਕਰਕੇ ਮੇਰੇ ਨੇਤਰ ਬੜੇ ਹੀ ਸੀਤਲ ਨੇ, ਇਵੇਂ ਹੀ ਆਪਣੇ ਪੁੱਤਰ ਨਾਨਕ ਨੂੰ ਮੈਂ ਸੁਖੀ ਵੇਖਣਾ ਚਾਹੁੰਦਾ ਹਾਂ। ਇਹ ਮੇਰੇ ਮਨ ਦੀ ਲਾਲਸਾ ਹੈ, ਇੱਛਾ ਹੈ। ਦੋਹਰਾ ਤੁਮ ਕਾਲੂ ਮਮ ਪਿਤਾ ਸਮ। ਤੇ ਭਾਈਆ ਜੈ ਰਾਮ ਜੀ ਕਹਿੰਦੇ ਹਨ, ਹੇ ਬਾਬਾ ਕਾਲੂ ਜੀ, ਤੁਸੀਂ ਮੇਰੇ ਪਿਤਾ ਦੇ ਸਮਾਨ ਹੋ। ਰਹੋ ਇਹਾ ਕਰ ਧਾਮ। ਤੁਸੀਂ ਐ ਕਰੋ, ਇੱਥੇ ਹੀ ਘਰ ਬਣਾ ਕਰਕੇ ਜਿਹੜਾ ਤੁਸੀਂ ਵੀ ਰਹਿਣਾ ਕਰੋ। ਨਾਨਕ ਜਨਨੀ ਆਨ ਹੋ। ਤੇ ਮੈਂ ਜਾ ਕਰਕੇ ਜਿਹੜਾ ਹੈ ਤਲਵੰਡੀ ਵਿੱਚ ਗੁਰੂ ਸਾਹਿਬ ਜੀ ਦੇ, ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਨੂੰ ਲੈ ਆਉਂਦਾ ਹਾਂ। ਭਾਖੇ ਬੈਨ ਜਰਾਮ। ਇਸ ਤਰ੍ਹਾਂ ਜੈ ਰਾਮ ਜੀ ਨੇ ਜਿਹੜੇ ਬਚਨ ਸੀ ਉਹ ਕਹਿਣਾ ਕੀਤੇ। ਕਬਿਤ ਕਾਲੂ ਭਨੇ ਬੈਨ ਬਹੁ ਕਾਲ ਕੋ ਹੈ ਐਨ ਮੇਰੋ। ਬਾਬਾ ਕਾਲੂ ਜੀ ਕਹਿਣ ਲੱਗੇ ਅੱਗੋਂ ਬਚਨ ਕਿ ਜੈ ਰਾਮ, ਮੇਰਾ ਤਾਂ ਬਹੁਤ ਸਮੇਂ ਦਾ ਉੱਥੇ ਘਰ ਹੈ, ਸਾਡੇ ਪੁਰਖਿਆਂ ਦੇ ਬਣਾਏ ਹੋਏ। ਕੋ ਦੁਖ ਹੈ ਨਾ ਸੁਖ ਚੈਨ ਸੋ ਬਸਤ ਹਾਂ। ਕੋਈ ਦੁੱਖ ਨਹੀਂ, ਬਹੁਤ ਸੁੱਖ ਤੇ ਸ਼ਾਂਤੀ ਦੇ ਨਾਲ ਉੱਥੇ ਅਸੀਂ ਵਸਦੇ ਹਾਂ। ਕਾਰ ਪਟਵਾਰੀ ਤਹਾਂ ਦੀਨੀ ਰਾਏ ਸਾਰੀ। ਰਾਏ ਬੁਲਾਰ ਜੀ ਨੇ ਸਾਰੀ ਪਟਵਾਰ ਦੀ ਜਿਹੜੀ ਨੌਕਰੀ ਹੈ, ਕਿਰਤ ਹੈ, ਉਹ ਮੈਨੂੰ ਦਿੱਤੀ ਹੋਈ ਹੈ। ਮਮ ਲੋਕ ਅਨੁਸਾਰੀ ਪੁਨ ਕੈਸੇ ਨਾ ਤਜਤ ਹਾਂ। ਤੇ ਸਾਰੇ ਲੋਕ ਮੇਰੇ ਅਨੁਸਾਰੀ ਹੈ, ਮੇਰਾ ਬੜਾ ਸਤਿਕਾਰ ਕਰਦੇ ਹੈ। ਮੈਂ ਤਾਂ ਕਿਸੇ ਪ੍ਰਕਾਰ ਵੀ ਉਥੋਂ ਜਿਹੜਾ ਹੈ ਨਾ ਛੱਡ ਕੇ ਨਹੀਂ ਆ ਸਕਦਾ ਹਾਂ। ਹੋਏ ਜੇ ਸਗਾਈ ਲੇਹੋ ਸ਼ਬਦ ਬੁਲਾਈ ਮੋਹੇ। ਜੇ ਕਰਕੇ ਸਗਾਈ ਹੋਵੇ ਤਾਂ ਫਿਰ ਬਹੁਤ ਭਾਵ ਜਦੋਂ ਕੁੜਮਾਈ ਤੁਸੀਂ ਸੋ ਵੇਖੋ ਕਿ ਹੁਣ ਕੁੜਮਾਈ ਕਰਨੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਤੇ ਫਿਰ ਸ਼ਬਦ ਛੇਤੀ ਨਾਲ ਹੀ ਮੈਨੂੰ ਜਿਹੜਾ ਹੈ ਬੁਲਾ ਲੈਣਾ ਕਰਿਓ। ਕੀਜੈ ਨਾ ਬਿਲੰਬ ਤੋਹੇ ਔਰ ਹਉ ਕਹਿਤ ਹਾਂ। ਹਾਂਜੀ, ਕੀਜੈ ਨਾ ਬਿਲੰਬ ਤੋਹੇ ਔਰ ਹਉ ਕਹਿਤ ਹਾਂ। ਤੇ ਜਿਹੜੀ ਦੇਰੀ ਹੈ ਉਹ ਤੁਸੀਂ ਨਾ ਕਰਨਾ ਕਰਿਓ। ਹੋਰ ਵੀ ਤੁਹਾਡੇ ਤਾਈਂ ਮੈਂ ਇਉਂ ਕਹਿੰਦਾ ਹਾਂ, ਦੱਸਦਾ ਹਾਂ। ਰਾਖੋ ਰਖਵਾਰੀ ਸੁਤ ਕਰੈ ਨਾ ਖੁਆਰੀ ਧਨ। ਤੇ ਜਿਹੜਾ ਹੈ ਨਾ ਰਾਖੀ ਰਖਵਾਲੀ ਇਹਨਾਂ ਦੀ ਕਰੋ, ਤੇ ਧਨ ਨੂੰ ਜਿਹੜਾ ਖਰਾਬ ਨਾ ਮੇਰਾ ਪੁੱਤਰ ਕਰੇ। ਬਹੁਤਾ ਧਨ ਜਿਹੜਾ ਲੁਟਾਵੇ ਨਾ, ਇਹਨਾਂ ਦੀ ਰਖਵਾਲੀ ਕਰਨਾ ਕਰੋ। ਦੀਜੈ ਮਤ ਆਪ ਤਾਂ ਕੀ ਚਿੰਤਾ ਮੈਂ ਰਹਿਤ ਹਾਂ। ਤੇ ਆਪ ਤੁਸੀਂ ਸਿਆਣੀ ਮਤ ਮੇਰੇ ਪੁੱਤਰ ਨੂੰ ਦਿਆ ਕਰੋ। ਮੈਂ ਆਪਣੇ ਪੁੱਤਰ ਵੱਲੋਂ ਸਦਾ ਚਿੰਤਾ ਦੇ ਵਿੱਚ ਰਹਿਣਾ ਹਾਂ। ਇਉਂ ਬਾਬਾ ਕਾਲੂ ਜੀ ਪਿਤਾ ਦੇ ਸਮਾਨ ਹੁੰਦੇ ਹੋਏ ਕਹਿੰਦੇ ਐ ਜੈ ਰਾਮ ਜੀ ਨੂੰ ਕਿ ਇਹਨਾਂ ਨੂੰ ਤੁਸੀਂ ਸਿਆਣੀ ਮਤ ਦਿਆ ਕਰੋ, ਜੋ ਸਾਰੇ ਸੰਸਾਰ ਨੂੰ ਮਤ ਦੇਣ ਆਏ ਆ ਗਰੀਬ ਨਵਾਜ। ਮਹਾਰਾਜ ਦੇ ਪਿਤਾ ਜੀ ਇਹ ਪਿਆਰ ਵਿੱਚ ਹੀ ਬੱਝੇ ਬਚਨ ਕਹਿ ਰਹੇ ਐ, ਕਹਿੰਦੇ ਐ ਇਸ ਪ੍ਰਕਾਰ ਇਹਨਾਂ ਨੂੰ ਸਿਆਣੀ ਮਤ ਜਿਹੜੀ ਆ ਉਹ ਤੁਸੀਂ ਦੇਣਾ ਕਰੋ। ਫਿਰ ਪੜੋ। ਦੀਜੈ ਮਤ ਆਪ ਤਾਂ ਕੀ ਚਿੰਤਾ ਮੈਂ ਰਹਿਤ ਹਾਂ। ਸਦਾ ਮੈਂ ਇਹਨਾਂ ਦੀ ਚਿੰਤਾ ਵਿੱਚ ਰਹਿੰਦਾ ਹਾਂ, ਇਹਨਾਂ ਦੀ ਤਰਫੋਂ। ਨਾਨਕੀ ਭਨਤ ਸੁਨ ਬੈਨ ਮੈਂ ਜਨਕ। ਕਹਿਣ ਲੱਗੇ ਬੇਬੇ ਨਾਨਕੀ ਜੀ, ਹੇ ਮੇਰੇ ਪਿਤਾ ਜੀ,
ਤੁਸੀਂ ਜਿਹੜਾ ਬਚਨ ਮੇਰਾ ਸੁਣਨਾ ਕਰੋ। ਇਉਂ ਕਹਿਣ ਲੱਗੇ ਬੇਬੇ ਨਾਨਕੀ ਜੀ। ਤੁਮ ਭਾਖਤ ਸਦੀਵ ਧਨ ਖੋਤ ਨਿਤ ਮੋਰੀਆ। ਤੇ ਸਦਾ ਹੀ ਕਹਿੰਦੇ ਹੋ ਕਿ ਮੇਰਾ ਧਨ ਜਿਹੜਾ ਹੈ ਇਹ ਖਰਾਬ ਕਰਦੇ ਆ, ਸਦਾ ਗਵਾਉਂਦੇ ਆ, ਨਾਸ਼ ਕਰਦੇ ਆ। ਆਪਣੀ ਕਰਤ ਕ੍ਰਿਤ ਖੋਏ ਕਿਦੋ ਰੱਖ ਬਿਤ। ਹੁਣ ਆਪਣੀ ਉਹ ਕ੍ਰਿਤ ਕਰਦੇ ਆ, ਚਾਹੇ ਗਵਾਉਣ ਤੇ ਚਾਹੇ ਆਪਣਾ ਧਨ ਇਕੱਠਾ ਕਰਕੇ ਰੱਖ ਲੈਣ। ਰਹੀਏ ਨਿਚਿੰਤ ਚਿਤ ਲੇਤ ਨਹਿ ਤੋਰੀਆ। ਤੇ ਹੁਣ ਤੇ ਤੁਸੀਂ ਚਿੱਤ ਵਿੱਚ ਚਿੰਤਾ ਤੋਂ ਰਹਿਤ ਹੋ ਕੇ ਰਹਿਣਾ ਕਰੋ ਨਾ। ਹੁਣ ਤਾਂ ਤੁਹਾਡਾ ਧਨ ਨਹੀਂ ਲੈਂਦੇ ਨੇ। ਭੂਖੇ ਕੋ ਅਸਨ ਪੁਨ ਬਸਨ ਨਗਨ ਦਾਨੀ। ਏਡੇ ਵੱਡੇ ਦਾਨੀ ਹੈ ਗੁਰੂ ਨਾਨਕ ਸਾਹਿਬ ਜੀ। ਭੁੱਖੇ ਨੂੰ ਭੋਜਨ ਦਿੰਦੇ ਐ, ਨਗਨ ਨੂੰ ਵਸਤਰ ਦਿੰਦੇ ਨੇ। ਪੁੰਨਵਾਨ ਰੂਪ ਕਰੈ ਜਾਰੀ ਨਹਿ ਚੋਰੀਆ। ਪੁੰਨਵਾਨ ਸਰੂਪ ਹੈ ਉਹਨਾਂ ਦਾ, ਏਡਾ ਪੁੰਨ ਕਰਦੇ ਐ। ਕੋਈ ਚੋਰੀ ਥੋੜੋ ਕਰਦੇ ਐ, ਕੋਈ ਯਾਰੀ ਥੋੜੋ ਕਰਦੇ ਐ, ਕੋਈ ਗਲਤ ਕਰਮ ਤਨੀ ਨਾ ਕਰਦੇ ਹਨ। ਕਿੱਡਾ ਉਪਕਾਰ ਕਰ ਰਹੇ ਆ ਸੰਸਾਰ ਦੇ ਉੱਤੇ। ਭੁੱਖਿਆਂ ਦੀ ਭੁੱਖ ਮਿਟੀ ਜਾਂਦੇ ਐ, ਨਗਨਾਂ ਨੂੰ ਵਸਤਰ ਦੇ ਦੇ ਕੇ ਕੱਜੀ ਜਾਂਦੇ ਹਨ। ਕਰੈ ਜੇ ਕੋ ਕਰਮ ਨਿਵਾਰਨ ਧਰਮਤਾ ਕੋ। ਜਿਹੜਾ ਕੋਈ ਕੁਕਰਮ ਕਰੇ ਨਾ, ਖੋਟਾ ਕਰਮ, ਤੇ ਉਹਨੂੰ ਉਸ ਖੋਟੇ ਕਰਮ ਤੋਂ ਹਟਾਉਣਾ ਤਾਂ ਧਰਮ ਦਾ ਕਰਮ ਹੁੰਦਾ ਹੈ। ਫਿਰ ਤਾਂ ਤੁਸੀਂ ਕਹੋ ਨਾ ਕਿ ਉਹਨਾਂ ਨੂੰ ਇਸ ਗੱਲ ਤੋਂ ਵਰਜਣਾ ਚਾਹੀਦਾ ਹੈ, ਪਰ ਉਹ ਤਾਂ ਧਰਮ ਦਾ ਕਰਮ ਕਰਦੇ ਆ। ਫਿਰ ਆਪਾਂ ਕਿਵੇਂ ਵਰਜ ਸਕਦੇ ਆ? ਜੇ ਕੋਈ ਖੋਟਾ ਕਰਮ ਕਰੇ ਨਾ ਤੇ ਉਹਨੂੰ ਜਿਹੜਾ ਉਸ ਖੋਟੇ ਕਰਮ ਤੋਂ ਵਰਜਣਾ, ਇਹ ਧਰਮ ਦਾ ਕਰਮ ਹੁੰਦਾ ਏ। ਲੱਗੈ ਜੇ ਸੋ ਕਰਮ ਅਧਰਮ ਤਾਹੇ ਹੋਰੀਆ। ਤੇ ਜਿਹੜਾ ਪਹਿਲਾਂ ਹੀ ਸ੍ਰੇਸ਼ਟ ਕਰਮ ਵਿੱਚ ਲੱਗਾ ਹੋਵੇ ਤੇ ਫਿਰ ਉਹਨੂੰ ਹਟਾਉਣਾ ਥੋੜੋ ਧਰਮ ਹੁੰਦਾ ਹੈ। ਉਹਨਾਂ ਨੂੰ ਸ੍ਰੇਸ਼ਟ ਕਰਮ ਦੇ ਵਿੱਚ ਲੱਗਿਆਂ ਹੋਇਆਂ ਨੂੰ ਤਾਂ ਕਦਾਚਿਤ ਵੀ ਜਿਹੜਾ ਹੈ ਉਹ ਹਟਾਉਣਾ ਨਹੀਂ ਚਾਹੀਦਾ। ਜਿਹੜਾ ਇਹ ਧਰਮ ਨਹੀਂ ਹੈ, ਫਿਰ ਕਿਸੇ ਨੂੰ ਸ਼ੁਭ ਕਰਮ ਤੋਂ ਹੋੜਨਾ ਜਿਹੜਾ ਹੈ ਭਾਵ ਮੋੜਨਾ। ਦੋਦਕ ਛੰਦ ਜਾਨੋ ਤਾਤ ਇਹ ਗਤ ਭ੍ਰਤ ਹੈ। ਤੇ ਕਹਿਣ ਲੱਗੇ ਬੇਬੇ ਨਾਨਕੀ ਜੀ, ਹੈ ਪਿਤਾ ਜੀ, ਅਸੀਂ ਇਹ ਰੀਤੀ ਜਾਣਦੇ ਹਾਂ ਆਪਣੇ ਭਰਾਤਾ ਗੁਰੂ ਨਾਨਕ ਸਾਹਿਬ ਜੀ ਦੀ। ਦੇਤ ਫਕੀਰ ਖਵਾਏ ਜਹਾਂ ਤਹਿ। ਜਿੱਥੇ ਕਿਥੇ ਉਹ ਫਕੀਰਾਂ ਦੇ ਤਾਈਂ ਖਵਾ ਦਿੰਦੇ ਆ, ਫਕੀਰਾਂ ਨੂੰ ਜਿਹੜਾ ਵਸਤਰ ਦੇ ਦਿੰਦੇ ਆ। ਲੋਭ ਨਹੀਂ ਤਿਹ ਕੇ ਔਰ ਅੰਤਰ। ਉਹਨਾਂ ਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਕੋਈ ਲੋਭ ਨਹੀਂ ਹੈ, ਲਾਲਚ ਨਹੀਂ ਹੈ। ਦਾਨ ਬਿਖੈ ਮਤ ਜਾਨ ਨਿਰੰਤਰ। ਇੱਕ ਰਸ ਉਹਨਾਂ ਦੀ ਜਿਹੜੀ ਮੱਤ ਹੈ ਨਾ, ਉਹ ਦਾਨ ਕਰਨ ਦੇ ਵਿੱਚ ਲੱਗੀ ਹੋਈ ਹੈ। ਦੌਲਤ ਖਾਨ ਨ੍ਰਿਪ ਤੇ ਡਰ ਆਵਹਿ। ਇੱਕ ਗੱਲ ਹੈ ਕਿ ਦੌਲਤ ਖਾਨ ਜਿਹੜਾ ਰਾਜਾ ਹੈ, ਉਹਦੇ ਕੋਲੋਂ ਸਾਡਾ ਮਨ ਜਿਹੜਾ ਹੈ ਉਹ ਡਰਦਾ, ਡਰ ਆਉਂਦਾ ਏ। ਲੇਖੇ ਮੈਂ ਧਨ ਨਾ ਘਟ ਜਾਵਹਿ। ਕਿ ਜਦੋਂ ਹਿਸਾਬ ਕਿਤਾਬ ਕਿਤੇ ਹੋਵਿਆ ਤੇ ਲੇਖੇ ਵਿੱਚ ਕਿਤੇ ਧਨ ਜਿਹੜਾ ਉਹ ਨਾ ਘਟ ਜਾਵੇ। ਜਾਚਕ ਭੀੜ ਵੱਡੀ ਨਿਤ ਹੋਵਹਿ। ਨਿਤਾ ਪ੍ਰਤੀ ਜਿਹੜੇ ਮੰਗਤੇ ਆ ਉਹਨਾਂ ਦੀ ਭੀੜ ਬਹੁਤੀ ਅੱਗੇ ਹਟਦੇ ਹੁੰਦੀ ਹੈ। ਭਾਖੇ ਲੋਕ ਸਭੈ ਇਹ ਖੋਵਹਿ। ਤੇ ਸਾਰੇ ਲੋਕ ਵੀ ਇਉਂ ਕਹਿੰਦੇ ਆ ਕਿ ਧਨ ਨੂੰ ਖੋ ਰਹੇ ਆ, ਭਾਵ ਗਵਾ ਰਹੇ ਆ, ਨਾਸ਼ ਕਰ ਰਹੇ ਨੇ। ਸ਼ਬਦ ਨਾ ਛੰਦ ਜਬ ਕਰ ਲੇਖਾ ਵਧਤ ਵਸੇਖਾ। ਪਰ ਜਦੋਂ ਵੀ ਲੇਖਾ ਹੁੰਦਾ ਹੈ, ਇਹਨਾਂ ਦਾ ਹੀ ਬਹੁਤਾ ਵਾਧਾ ਨਿਕਲਦਾ ਏ। ਨਹਿ ਘਟ ਜਾਈ ਭਲ ਪਤ ਆਈ। ਤੇ ਕਦੇ ਵੀ ਘਟਦਾ ਨਹੀਂ। ਭਲੀ ਇੱਜ਼ਤ ਜਿਹੜੀ ਆ ਉਹ ਹੁੰਦੀ ਹੈ ਇੱਥੇ ਨਗਰ ਦੇ ਅੰਦਰ। ਇਹ ਕਰਤਾਰਾ ਧਰ ਅਵਤਾਰਾ। ਇਹ ਕਰਤਾਰ ਪਰਮੇਸ਼ਰ ਨੇ ਆਪਣਾ ਸਰੂਪ ਅਵਤਾਰ ਧਾਰਨਾ ਕੀਤਾ ਏ। ਭਵ ਭਵ ਮਾਹੀ ਨਰ ਤਨ ਨਾਹੀ। ਇਹ ਸੰਸਾਰ ਦੇ ਅੰਦਰ ਸਰੀਰ ਧਾਰ ਕੇ ਆਏ ਐ, ਪਰ ਮਨੁੱਖ ਨਹੀਂ ਹਨ। ਕੇਵਲ ਇਹਨਾਂ ਨੂੰ ਨਰ ਤਨ ਨਾ ਸਮਝੋ, ਇਹ ਤਾਂ ਆਪ ਨਿਰੰਕਾਰ ਨੇ ਆਪਣਾ ਸਰੂਪ ਧਾਰਨ ਕੀਤਾ ਏ। ਇਵ ਸੁਨ ਕਾਲੂ ਕਹਿ ਸੁਖ ਭਾਲੂ। ਇਉਂ ਸੁਣ ਕੇ ਬਾਬਾ ਕਾਲੂ ਜੀ ਕਹਿੰਦੇ ਭਲਾ ਜੀ, ਚੰਗਾ ਜੀ, ਸੁਖ ਹੋਵੇ। ਇਉਂ ਬਾਬਾ ਕਾਲੂ ਜੀ ਨੂੰ ਜਦੋਂ ਬੇਬੇ ਨਾਨਕੀ ਜੀ ਨੇ ਕਿਹਾ ਨਾ ਕਿ ਮੇਰਾ ਵੀਰ, ਸਰੀਰ ਨਾ ਸਮਝੋ ਉਹਨਾਂ ਨੂੰ, ਉਹ ਕੋਈ ਮਨੁੱਖਾ ਤਨ ਨਾ ਸਮਝੋ, ਉਹ ਤਾਂ ਕਰਤਾਰ ਨੇ ਦੇਹ ਧਾਰੀ ਹੋਈ ਹੈ। ਇਸ ਤਰ੍ਹਾਂ ਜਦੋਂ ਸ਼ਰਧਾ ਨਾਲ ਕਿਹਾ ਤੇ ਬਾਬਾ ਕਾਲੂ ਜੀ ਵਿਦਾਇਗੀ ਲੈਣ ਲੱਗੇ। ਕਹਿੰਦੇ ਚੰਗਾ ਭਲਾ ਤੋ ਚੱਲਦਾ ਹਾਂ ਮੈਂ। ਇਉਂ ਕਹਿ ਕੇ ਸੁਖ ਜੀ ਭਲਾ ਜੀ ਤੁਰ ਪਏ ਨੇ। ਅਬ ਕਰ ਲੇਖਾ ਵਧਤ ਜੇ ਦੇਖਾ। ਤੇ ਨਾਲ ਹੀ ਕਹਿਣ ਲੱਗੇ ਤੁਰਦੇ ਤੁਰਦੇ ਕਿ ਅਬ ਇਸ ਵਾਰ
ਜਦੋਂ ਵਧੇਗਾ ਨਾ ਲੇਖਾ ਇਹਨਾਂ ਦਾ, ਜਿਹੜਾ ਪੈਸੇ ਜਦੋਂ ਇਹਨਾਂ ਦੇ ਵਧਣਗੇ, ਅਬ ਕਰ ਲੇਖਾ ਵਧਤ ਜੇ ਦੇਖਾ। ਅਬ ਹੁਣ ਜਦੋਂ ਕਰਨਗੇ ਲੇਖਾ, ਹੋਵੇਗਾ ਹਿਸਾਬ ਕਿਤਾਬ ਤੇ ਵਧੇਗਾ ਜਦੋਂ ਇਹਨਾਂ ਦਾ। ਮਮ ਕਹਿ ਮਾਨੋ ਮਨ ਪਹਿਚਾਨੋ। ਮੇਰਾ ਕਿਹਾ ਹੋਇਆ ਮੰਨੋ ਤੇ ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਪਹਿਚਾਨਣਾ ਕਰੋ, ਸਮਝਣਾ ਕਰੋ। ਕਰਹੁ ਉਪਾਈ ਦਰਬ ਤੇ ਖਿਸਾਈ। ਏਦਾਂ ਉਪਾਅ ਕਰਿਓ ਕਿ ਉਹ ਧਨ ਜਿਹੜਾ ਨਾ ਛੁਪਾ ਲਿਓ, ਲੁਕਾ ਲਿਓ, ਕਿਉਂਕਿ ਇਹਨਾਂ ਨੇ ਤਾਂ ਛੱਡਣਾ ਨਹੀਂ, ਸਾਰਾ ਹੀ ਲੁਟਾ ਹੀ ਦੇਣਾ ਹੈ। ਜਦੋਂ ਲੇਖਾ ਇਸ ਵਾਰ ਹੋਇਆ ਨਾ ਤੇ ਐਂ ਕਰਿਓ, ਧਨ ਜਿਹੜਾ ਹੈ ਨਾ ਉਥੋਂ ਫਿਰ ਛੁਪਾ ਲੈਣਾ ਕਰਿਓ, ਲੁਕਾ ਲੈਣਾ ਕਰਿਓ। ਕੱਖ ਲੱਖ ਜਾਂ ਕੇ ਇੱਕ ਸਮਤਾ ਕੇ। ਤੇ ਕੱਖ ਹੋਵੇ ਭਾਵੇਂ ਲੱਖ, ਇਹਨਾਂ ਵਾਸਤੇ ਤਾਂ ਬਰਾਬਰ ਹੀ ਹੈ, ਲੱਖ ਨੂੰ ਵੀ ਕੱਖ ਹੀ ਸਮਝਦੇ ਨੇ। ਅਸ ਬਿਦ ਕੀਜੈ ਧਨ ਜਿਵ ਲੀਜੈ। ਇਸ ਤਰੀਕੇ ਨਾਲ ਇਹ ਰੀਤੀ ਕਰਿਓ ਕਿ ਜਿਵੇਂ ਧਨ ਉਥੋਂ ਇਹਨਾਂ ਕੋਲੋਂ ਜਿਹੜਾ ਉਹ ਲੈ ਲਿਓ। ਦੋਹਰਾ ਬਾਲੇ ਕੋ ਬੁਲਵਾਏ ਕੈ। ਕਹਿਣ ਲੱਗੇ ਬਾਲਾ ਜੀ ਨੂੰ ਜਿਹੜਾ ਹੈ ਨਾ ਉਹ ਬੁਲਵਾ ਕਰਕੇ ਦੇਹੁ ਤਿਸੈ ਸਮਝਾਏ। ਉਹਨੂੰ ਵੀ ਸਮਝਾ ਦੇਣਾ ਕਰੀਏ ਚੰਗੀ ਤਰ੍ਹਾਂ। ਹਮ ਤੁਮ ਮਿਲਤੇ ਸੋ ਕਹੈ। ਹਾਂਜੀ, ਭਾਈ ਬਾਲਾ ਜੀ ਦੇ ਤਾਈ ਇਉਂ ਬਾਬਾ ਕਾਲੂ ਜੀ ਕਹਿੰਦੇ ਨੇ ਭਾਈ ਜੈ ਰਾਮ ਜੀ ਨੂੰ ਕਿ ਜੈ ਰਾਮ, ਮੈਂ ਵੀ ਕਵਾਂਗਾ ਤੇ ਤੁਸੀਂ ਵੀ ਜਿਹੜਾ ਭਾਈ ਬਾਲੇ ਨੂੰ ਇਉਂ ਹਮ ਤੁਮ ਫਿਰ ਪੜੋ। ਹਮ ਤੁਮ ਮਿਲਤੇ ਸੋ ਕਹੈ। ਅਸੀਂ ਤੇ ਤੁਸੀਂ ਭਾਵ ਮੈਂ ਵੀ ਤੇ ਤੁਸੀਂ ਵੀ ਮਿਲ ਕਰਕੇ ਬਾਲਾ ਜੀ ਦੇ ਤਾਈ ਕਹਿਣਾ ਕਰੀਏ ਲੈ ਹੈ ਬਾਤ ਮਨਾਏ। ਤੇ ਉਹਨਾਂ ਨੂੰ ਗੱਲ ਜਿਹੜੀ ਹੈ ਮਨਾ ਲਈਏ ਭਾਈ ਬਾਲੇ ਨੂੰ। ਹਾਕਲ ਛੰਦ ਜੈ ਰਾਮ ਬੋਲ ਤਤਕਾਲਾ। ਜਿਸ ਸਮੇਂ ਜੈ ਰਾਮ ਜੀ ਨੇ ਕਹਿ ਕਰਕੇ ਛੇਤੀ ਨਾਲ ਪਠ ਦਾਸ ਬੁਲਾਇਓ ਬਾਲਾ। ਭੇਜ ਕੇ ਇੱਕ ਦਾਸ ਨੌਕਰ ਤੇ ਭਾਈ ਬਾਲਾ ਜੀ ਨੂੰ ਬੁਲਾ ਲਿਆ ਹੱਟ ਤੋਂ। ਜਬ ਬੈਸਿਓ ਬਚਨ ਬਖਾਨੇ। ਜਦੋਂ ਬਹਿ ਗਏ ਭਾਈ ਬਾਲਾ ਜੀ ਕੋਲ ਆ ਕੇ ਤੇ ਫਿਰ ਇਉਂ ਬਚਨ ਕਹਿਣ ਲੱਗੇ ਬਾਬਾ ਕਾਲੂ ਜੀ। ਤੁਮ ਨਾਨਕ ਮੀਤ ਸੋ ਜਾਣੇ। ਕਹਿਣ ਲੱਗੇ ਕਿ ਭਾਈ ਬਾਲਾ ਤੂੰ ਮੇਰੇ ਪੁੱਤਰ ਨਾਨਕ ਦਾ ਬੜਾ ਮਿੱਤਰ ਹੈ, ਸਿਆਣਾ। ਹਾਂ ਤੁਮ ਕੋ ਜਾਣਤ ਐਸੇ। ਮੈਂ ਤਾਂ ਤੇਰੇ ਤਾਈਂ ਭਾਈ ਬਾਲਾ ਇਉਂ ਹੀ ਜਾਣਦਾ ਹਾਂ। ਸੁਤ ਨਾਨਕ ਹੈ ਮਮ ਜੈਸੇ। ਜਿਸ ਤਰ੍ਹਾਂ ਮੈਨੂੰ ਮੇਰਾ ਪੁੱਤਰ ਨਾਨਕ ਹੈ ਨਾ, ਇਸੇ ਤਰ੍ਹਾਂ ਹੀ ਭਾਈ ਬਾਲਾ ਮੈਂ ਤੈਨੂੰ ਸਮਝਦਾ ਹਾਂ। ਕਰ ਤਾਂ ਕੀ ਅਬ ਰਖਵਾਰੀ। ਹੁਣ ਐ ਕਰ ਤੂੰ ਮੇਰੇ ਪੁੱਤਰ ਦੀ ਰਖਵਾਲੀ ਕਰਨਾ ਕਰੀ। ਧਨ ਬਿਰਥਾ ਦੇ ਨਾ ਡਾਰੀ। ਤੇ ਜਿਹੜਾ ਧਨ ਹੈ ਨਾ ਵਿਅਰਥ ਨਾ ਸੁੱਟ ਦੇਵੇ, ਭਾਵ ਗਵਾ ਨਾ ਦੇਵੇ। ਤੁਝ ਸੰਗ ਰਹੇ ਕੀ ਲਾਜਾ। ਤੈਨੂੰ ਨਾਲ ਰਹਿਣ ਦੀ ਜਿਹੜੀ ਹੈ ਨਾ ਲਾਜ ਹੈ, ਤੂੰ ਜਿਹੜਾ ਹੈ ਨਾ ਧਨ ਹੁਣ ਆਪ ਸੰਭਾਲਣਾ ਕਰੀ। ਧਨ ਜਾਵਹਿ ਨਹੀਂ ਅਕਾਜਾ। ਜਿਹੜਾ ਧਨ ਹੈ ਨਾ ਉਹ ਵਿਅਰਥ ਨਾ ਹੁਣ ਜਾਵੇ। ਸੁਨ ਕਾਲੂ ਤੇ ਤਿਹ ਕਾਲਾ। ਤੇ ਸਮੇਂ ਬਾਬਾ ਕਾਲੂ ਜੀ ਦੇ ਕੋਲੋਂ ਸੁਣ ਕਰਕੇ ਭਾਈ ਬਾਲਾ ਜੀ ਰਿਸ ਈਖਦ ਕਰ ਕਹਿ ਬਾਲਾ। ਕੁਝ ਕੁ ਗੁੱਸਾ ਧਾਰ ਕੇ ਇਉਂ ਕਹਿਣ ਲੱਗੇ। ਹਮ ਲੋਭ ਨਹੀਂ ਮਨ ਰਾਈ। ਕਹਿਣ ਲੱਗੇ ਮੇਰੇ ਮਨ ਵਿੱਚ ਥੋੜਾ ਜਿੰਨਾ ਵੀ ਰਾਈ ਮਾਤਰ ਵੀ ਲੋਭ ਨਹੀਂ, ਲਾਲਚ ਨਹੀਂ ਹੈ। ਕਿਉਂ ਮਹਿਤਾ ਜੀ ਪਰਮਾਈ। ਹੇ ਮਹਿਤਾ ਕਾਲੂ ਜੀ ਤੁਸੀਂ ਮੈਨੂੰ ਕਿਉਂ ਭਰਮਾ ਰਹੇ ਹੋ? ਨਹਿ ਲਾਲਸ ਹੈ ਕੁਛ ਅਸਨਾ। ਮੈਨੂੰ ਕੋਈ ਭੋਜਨ ਦੀ, ਕੋਈ ਵਸਤਰ ਦੀ ਕਿਸੇ ਪ੍ਰਕਾਰ ਲਾਲਸਾ ਨਹੀਂ ਹੈ। ਨਹਿ ਕਰਤ ਫਜੂਲੀ ਬਸਨਾ। ਮੈਂ ਫਜ਼ੂਲ ਦਾ ਇਸ ਪ੍ਰਕਾਰ ਜਿਹੜਾ ਨਾ ਉਹ ਐਵੇਂ ਨਹੀਂ, ਇੱਥੇ ਗੁਰੂ ਸਾਹਿਬ ਦੇ ਕੋਲ ਜਿਹੜਾ ਹੈ ਉਹ ਕਿਸੇ ਲਾਲਚ ਵਾਸਤੇ ਨਹੀਂ ਰਹਿੰਦਾ ਹਾਂ। ਪਰਮੇਸ਼ਵਰ ਨਾਨਕ ਰੂਪਾ। ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦਾ ਸਰੂਪ ਹਨ। ਉਪਕਾਰੀ ਸੰਤ ਅਨੂਪਾ। ਮਹਾਰਾਜ ਪਰਉਪਕਾਰੀ ਹਨ, ਸੰਤ ਸਰੂਪ ਹਨ, ਉਪਮਾ ਤੋਂ ਰਹਿਤ ਹਨ, ਉਹਨਾਂ ਦੀ ਉਪਮਾ ਨਹੀਂ ਦੱਸੀ ਜਾ ਸਕਦੀ। ਇਸ ਸੰਗਤ ਹੋਤ ਉਧਾਰੋ। ਮੈਂ ਤਾਂ ਸਤਿਗੁਰੂ ਜੀ ਦੀ ਸੰਗਤ ਕਰਦਾ ਹਾਂ, ਕਿਉਂਕਿ ਸੰਗਤ ਕਰਨ ਨਾਲ ਉਧਾਰ ਹੁੰਦਾ, ਕਲਿਆਣ ਹੁੰਦਾ ਹੈ। ਇਹ ਨਾ ਸਮਝਣਾ ਕਿ ਜਿਵੇਂ ਤੁਸੀਂ ਇੱਛਾ ਕਰ ਰਹੇ ਹੋ ਮੈਂ ਧਨ ਛੁਪਾਇਆ ਕਰਾਂ, ਗੁਰੂ ਸਾਹਿਬ ਤੋਂ ਵੱਖਰਾ ਲੁਕਾ ਕਰਕੇ ਫਿਰ ਤੁਹਾਨੂੰ ਦਿਆ ਕਰਾਂ। ਇਹ ਕਿਵੇਂ ਹੋ ਸਕਦਾ? ਇਸ ਗੱਲ ਤੋਂ ਕੁਝ ਕੁ ਰੋਸ ਮੰਨ ਕੇ ਭਾਈ ਬਾਲਾ ਜੀ ਕਹਿੰਦੇ ਹਨ। ਮਨ ਸਭੇ ਸਰਦਾ ਧਾਰੋ। ਪਿਛਲੀ ਫਿਰ ਪੰਕਤੀ ਪੜੋ। ਇਸ ਸੰਗਤ ਹੋਤ ਉਧਾਰੋ। ਸਤਿਗੁਰੂ ਜੀ ਦੀ ਸੰਗਤ ਕਰਨੇ ਕਰਕੇ, ਇਹਨਾਂ ਦੀ ਸੰਗਤ ਕਰਕੇ ਉਧਾਰ ਹੁੰਦਾ ਏ। ਮਨ ਸਭੇ ਸਰਦਾ ਧਾਰੋ। ਤੇ ਮਨ ਦੇ ਅੰਦਰ ਜਿਹੜੀ ਹੈ ਨਾ ਮੈਂ ਸਦਾ ਹੀ ਸ਼ਰਧਾ ਧਾਰਨ ਕਰਦਾ ਹਾਂ। ਹਮ ਪਾਈ ਦੁਰਲਭ ਦੇਹਾ। ਇਹ ਜਿਹੜੀ ਦੇਹ ਹੈ ਨਾ
ਇਹ ਅਸੀਂ ਬੜੇ ਦੁਰਲੱਭ ਪ੍ਰਾਪਤ ਕੀਤੀ, ਬੜੀ ਔਖੀ ਪ੍ਰਾਪਤ ਕੀਤੀ ਹੈ। ਭਵ ਤਾਰੋ ਕਾਰਜ ਏਹਾ, ਮੈਂ ਸੰਸਾਰ ਤੋਂ ਆਪਣੀ ਦੇਹ ਦਾ ਉਧਾਰ ਕਰਨਾ ਚਾਹੁੰਦਾ, ਇਹੀ ਕਾਰਜ ਹੈ ਮੇਰਾ। ਮੈਂ ਤਾਂ ਸਤਿਗੁਰੂ ਜੀ ਦੇ ਕੋਲ ਕਲਿਆਣ ਪਾਉਣਾ ਚਾਹੁੰਦਾ ਹਾਂ। ਸੁਨ ਮਹਿਤਾ ਤੁਝ ਧਨ ਚਾਹਾ, ਇਹ ਕਹਿਣ ਲੱਗੇ ਬਾਬਾ ਕਾਲੂ ਜੀ, ਮਹਿਤਾ ਕਾਲੂ ਜੀ ਸੁਣਨਾ ਕਰੋ, ਤੁਹਾਨੂੰ ਧਨ ਦੀ ਇੱਛਾ ਹੈ ਰਹੋ ਨਾਨਕ ਸੁਤ ਕੇ ਪਾਹਾ। ਤੇ ਤੁਸੀਂ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਦੇ ਕੋਲ ਹੀ ਰਹਿਣਾ ਕਰੋ। ਮਮ ਇੱਛਾ ਔਰ ਮਹਿ ਇਹੀ, ਮੇਰੇ ਮਨ ਦੇ ਅੰਦਰ ਤਾਂ ਇਹੀ ਇੱਛਾ ਹੈ ਨਹਿ ਆਇਸ ਮੇਟਵ ਕੇਹੀ। ਕਿ ਕਿਸੇ ਪ੍ਰਕਾਰ ਵੀ ਮੈਂ ਗੁਰੂ ਸਾਹਿਬ ਜੀ ਦੀ ਆਗਿਆ ਨਹੀਂ ਮੇਟਾਂਗਾ। ਕਛ ਦਰਬ ਨ ਪ੍ਰੀਹਾ ਮੇਰੇ, ਮੇਰੇ ਅੰਦਰ ਕੋਈ ਧਨ ਦੀ ਪ੍ਰੀਤੀ ਨਹੀਂ ਹੈ। ਜੇ ਮਨ ਮਹਿ ਲਾਲਸ ਤੇਰੇ, ਜਿਹੋ ਜੀ ਧਨ ਦੀ ਲਾਲਸਾ ਤੁਹਾਡੇ ਮਨ ਦੇ ਵਿੱਚ ਹੈ, ਰਹੋ ਨਾਨਕ ਸੁਤ ਕੇ ਪਾਸੂ। ਮੈਂ ਤੁਹਾਡੇ ਪੁੱਤਰ ਗੁਰੂ ਨਾਨਕ ਸਾਹਿਬ ਦੇ ਪਾਸ ਰਹਿੰਦਾ ਹਾਂ। ਲੈ ਆਵਹੋ ਇਹਾਂ ਅਵਾਸੂ, ਤੁਸੀਂ ਵੀ ਐ ਕਰੋ, ਆਪਣਾ ਘਰ ਇੱਥੇ ਹੀ ਲੈ ਆਉਣਾ ਕਰੋ। ਜੋ ਖਰਚੇ ਹੈ ਤੇ ਵੱਧ ਜਾਵੇ, ਜਿਹੜਾ ਫਿਰ ਖਰਚੇ ਤੋਂ ਸਾਡੇ ਕੋਲੋਂ ਧਨ ਵੱਧ ਜਾਵੇ, ਰਹੋ ਲੇਵਤ ਜੋ ਕਰ ਆਵੇ। ਉਹ ਲੈਂਦੇ ਰਹੋ ਜੋ ਫਿਰ ਤੁਹਾਡੇ ਹੱਥ ਆਵੇ। ਬਿਦ ਹੋਏ ਨਾ ਹਮਰੇ ਪਾਸਾ, ਸਾਡੇ ਕੋਲ ਤਾਂ ਧਨ ਨਹੀਂ ਹੁੰਦਾ ਹੈ, ਉਹ ਸੁਆਮੀ ਹਮ ਤਿਹ ਦਾਸਾ। ਉਹ ਮੇਰੇ ਮਾਲਕ ਨੇ, ਮੈਂ ਸਤਿਗੁਰੂ ਜੀ ਦਾ ਦਾਸ ਸੇਵਕ ਹਾਂ। ਧਨ ਇਕੱਠੋ ਕਿਉ ਬਨ ਆਈ, ਹੁਣ ਧਨ ਜਿਹੜਾ ਇਕੱਠਾ ਕਰੀਏ, ਇਹ ਕਿਵੇਂ ਬਣ ਆ ਸਕਦੀ ਹੈ? ਤਿਹ ਆਇਸ ਮੇਟ ਨਾ ਜਾਈ। ਮਹਾਰਾਜ ਦੀ ਆਗਿਆ ਮੇਰੇ ਕੋਲੋਂ ਮੇਟੀ ਨਹੀਂ ਜਾ ਸਕਦੀ। ਮੈਂ ਵੱਖਰਾ ਹੁਣ ਧਨ ਕਿਵੇਂ ਇਕੱਠਾ ਕਰ ਸਕਦਾ ਹਾਂ? ਸੁਨ ਬੋਲਿਓ ਤਬ ਜੈ ਰਾਮਾ, ਸੁਣ ਕਰਕੇ ਭਾਈ ਬਾਲਾ ਜੀ ਦੇ ਇਹ ਬੋਲ ਤੇ ਜੈ ਰਾਮ ਜੀ ਤੇ ਸਮੇਂ ਕਹਿਣ ਲੱਗੇ। ਸੁਨ ਮਹਿਤਾ ਇਹ ਨਿਹ ਕਾਮਾ, ਤੇ ਕਹਿਣ ਲੱਗੇ ਮਹਿਤਾ ਜੀ ਇਹ ਨਿਸ਼ਕਾਮ ਹੈ ਭਾਈ ਬਾਲਾ, ਕੋਈ ਇਹਦੇ ਹੋਰ ਲਾਲਸਾ ਨਹੀਂ ਹੈ ਸੰਸਾਰ ਦੇ ਪਦਾਰਥਾਂ ਦੀ। ਸਭ ਬਾਲੇ ਸਾਚ ਬਖਾਨੀ, ਬਾਲਾ ਜੀ ਨੇ ਜੋ ਭਾਈ ਬਾਲਾ ਜੀ ਆਖਿਆ ਨਾ, ਇਹ ਸਾਰਾ ਕੁਝ ਸੱਚ ਕਿਹਾ ਇਹਨਾਂ ਨੇ। ਸਤ ਜਾਨੋ ਹੋ ਨਿਜ ਮਨ ਮਾਨੀ, ਤੇ ਤੁਸੀਂ ਇਸ ਗੱਲ ਨੂੰ ਆਪਣੇ ਮਨ ਦੇ ਅੰਦਰ ਸੱਚ ਕਰਕੇ ਜਾਣਨਾ ਕਰੋ। ਨਹਿ ਕੀਜੈ ਔਰ ਮਹਿ ਰੋਸੂ, ਆਪਣੇ ਹਿਰਦੇ ਅੰਦਰ ਕਿਸੇ ਪ੍ਰਕਾਰ ਦਾ ਰੋਸ ਜਿਹੜਾ ਉਹ ਨਾ ਕਰਨਾ ਕਰੋ। ਕਛ ਬਾਲੇ ਕੋ ਨਹਿ ਦੋਸ਼ੂ, ਇਹਦੇ ਵਿੱਚ ਭਾਈ ਬਾਲਾ ਜੀ ਦਾ ਕੋਈ ਦੋਸ਼ ਨਹੀਂ, ਕੋਈ ਗਲਤੀ ਨਹੀਂ ਹੈ। ਜਬ ਹੋਵੇ ਨਾਨਕ ਵਿਆਹਾ, ਭਾਈਆ ਜੈ ਰਾਮ ਜੀ ਕਹਿੰਦੇ ਜਦੋਂ ਹੋਵੇਗਾ ਵਿਆਹ ਗੁਰੂ ਨਾਨਕ ਸਾਹਿਬ ਜੀ ਦਾ, ਨਹਿ ਖੋਵੇ ਧਨ ਨਿਤ ਚਾਹਾ। ਤੇ ਫਿਰ ਨਹੀਂ ਧਨ ਨੂੰ ਖੋਣਗੇ, ਭਾਵ ਗਮਾਉਣਗੇ ਨਹੀਂ, ਨਿਤਾ ਪ੍ਰਤੀ ਚਾਹ ਇੱਛਾ ਲੱਗੇਗੀ। ਬੁਲਵਾਵੋ ਹੋਏ ਸਗਾਈ, ਤੇ ਤੁਹਾਨੂੰ ਮੈਂ ਬੁਲਾਵਾਂਗਾ ਜਦੋਂ ਹੋਵੇਗੀ ਇਹਨਾਂ ਦੀ ਕੁੜਮਾਈ। ਜਿਤ ਚਿੰਤਾ ਕਰਹੁ ਨਾ ਕਾਈ, ਚਿੱਤ ਵਿੱਚ ਕਿਸੇ ਪ੍ਰਕਾਰ ਦੀ ਤੁਸੀਂ ਬਾਬਾ ਕਾਲੂ ਜੀ ਚਿੰਤਾ ਨਾ ਕਰਨਾ ਕਰੋ। ਤੇ ਮੋਹ ਤਬਹਿ ਹੋ ਜਾਈ, ਫਿਰ ਇਸਤਰੀ ਦਾ ਮੋਹ ਆਪੇ ਹੋ ਜਾਵੇਗਾ। ਨਹਿ ਖੋਵੇ ਦਰਬ ਅਜਾਈ, ਤੇ ਅਜਾਈ ਜਿਹੜਾ ਵਿਅਰਥ ਹੀ ਧਨ ਜਿਹੜਾ ਫਿਰ ਨਹੀਂ ਗਵਾਉਣਗੇ। ਸੁਨ ਬਾਲਾ ਤਹਾਂ ਸਿਧਾਇਆ, ਸੁਣ ਕਰਕੇ ਫਿਰ ਭਾਈ ਬਾਲਾ ਜੀ ਵੀ ਉੱਠ ਕੇ ਤਿਸ ਥਾਂ ਤੇ ਚਲੇ ਗਏ ਜਹ ਨਾਨਕ ਹਾਟ ਸੁਹਾਇਆ। ਜਿੱਥੇ ਹੱਟ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੋਭਾ ਪਾ ਰਹੇ ਨੇ। ਤਬ ਕਾਲੂ ਕੋ ਏਕ ਕਾਲਾ, ਤਦੋਂ ਬਾਬਾ ਕਾਲੂ ਜੀ ਕੁਝ ਕੁ ਸਮੇਂ ਬਾਅਦ ਬੀਤਾਇਓ ਤਨਿਆ ਛਾਲਾ, ਤੇ ਸਮਾਂ ਬਿਤਾ ਕਰਕੇ ਆਪਣੀ ਜਿਹੜਾ ਹੈ ਪੁੱਤਰੀ ਦੇ ਘਰ ਵਿੱਚ ਚਲਣੇ ਕੀ ਕੀਨੀ ਤਿਆਰੀ। ਫਿਰ ਅਖੀਰ ਚੱਲਣ ਦੀ ਤਿਆਰੀ ਕਰ ਲਈ। ਸਮਝਾਵਤ ਬਹੁ ਪ੍ਰਕਾਰੀ, ਬਹੁਤ ਤਰੀਕਿਆਂ ਨਾਲ ਚੱਲਦਿਆਂ ਫਿਰ ਸਮਝਾਉਂਦੇ ਹਨ। ਸੁਤ ਹੋਏ ਸਗਾਈ ਤੇਰੀ, ਮਹਾਰਾਜ ਸਾਹਿਬ ਜੀ ਨੂੰ ਫਿਰ ਤੁਰਨ ਲੱਗਿਆਂ ਜਦੋਂ ਮਹਾਰਾਜ ਮਿਲਣ ਆਏ ਤੇ ਫਿਰ ਸਮਝਾਉਂਦੇ ਆ ਗੁਰੂ ਸਾਹਿਬ ਜੀ ਨੂੰ ਕਿ ਹੈ ਪੁੱਤਰ ਤੇਰੀ ਸਗਾਈ ਕੁੜਮਾਈ ਹੋਵੇਗੀ। ਅਬ ਤੂਰਨ ਨਹਿ ਕਛ ਦੇਰੀ, ਹੁਣ ਛੇਤੀ ਹੀ ਕੁੜਮਾਈ ਹੋਵੇਗੀ, ਕੁਝ ਦੇਰੀ ਨਹੀਂ ਲੱਗੇਗੀ। ਕਰ ਇਕੱਠੋ ਖਰਚ ਸਗਾਈ, ਤੇ ਆਪਣੀ ਕੁੜਮਾਈ ਵਾਸਤੇ ਖਰਚ ਹੋਣਾ ਧਨ ਉਹੋ ਹੀ ਹੁਣ ਇਕੱਠਾ ਕਰਨਾ ਕਰੋ। ਤਜ ਆਗਲ ਰੀਤ ਬਿਜਾਈ, ਜਿਹੜੀ ਪਹਿਲਾਂ ਵਾਲੀ ਰੀਤੀ ਸੀ ਨਾ ਉਹ ਜਿਹੜੀ ਆ ਛੱਡ ਦਿਓ। ਹੁਣ ਪਹਿਲਾਂ ਵਾਲੀਆਂ ਚਾਲਾਂ ਚੱਲਣੀਆਂ ਧਨ ਨੂੰ ਲਟਾਉਣ ਦੀਆਂ। ਮਿਲ ਤਨੁ ਜਾ ਤਨੁ
ਅਨੁਜਾਪਤ ਕੋ। ਤੇ ਸਮੇਂ ਆਪਣੀ ਪੁੱਤਰੀ ਤੇ ਆਪਣੇ ਪੁੱਤਰੀ ਦੇ ਪਤੀ ਭਾਵ ਭਾਈਆ ਜੈ ਰਾਮ ਜੀ ਨੂੰ ਮਿਲ ਕਰਕੇ ਬਹੁ ਚਲਨ ਸਮੈ ਕਰ ਹਿਤ ਕੋ। ਚੱਲਣ ਦੇ ਸਮੇਂ ਬਹੁਤਾ ਹਿਤ ਪ੍ਰੇਮ ਜਿਹੜਾ ਸੀ ਕਰਨਾ ਕੀਤਾ। ਮਿਲ ਨਾਨਕ ਸੋ ਪੁਨ ਬਾਲਾ। ਤੇ ਫਿਰ ਮਿਲ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਬਾਲਾ ਜੀ ਬਚ ਹਿਤ ਕੇ ਕਹਿ ਕਰ ਚਾਲਾ। ਤੇ ਇਉਂ ਹਿਤਕ ਦੇ ਪਿਆਰ ਦੇ ਬਚਨ ਕਹਿ ਕੇ ਬਾਬਾ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਭਾਈ ਬਾਲਾ ਜੀ ਨੂੰ ਇਉਂ ਪਿਆਰ ਦੇ ਬਚਨ ਕਹਿ ਕੇ ਚੱਲ ਪਏ। ਨਿਜ ਕਾਲੂ ਭਉਨ ਸਿਧਾਇਆ। ਆਪਣੇ ਘਰ ਤਲਵੰਡੀ ਨੂੰ ਬਾਬਾ ਕਾਲੂ ਜੀ ਚੱਲ ਪਏ। ਪੁਨ ਨਾਨਕ ਕਾਰ ਚਲਾਇਆ। ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੱਟ ਦਾ ਕਾਰ ਗਰੀਬ ਨਵਾਜ ਜੀ ਚਲਾਉਣ ਲੱਗੇ। ਹੈ ਰੀਤ ਪੂਰ ਬਲ ਜੈਸੀ। ਜਿਸ ਤਰ੍ਹਾਂ ਪਹਿਲੀ ਰੀਤੀ ਨਾਲ ਸੱਚੇ ਪਾਤਸ਼ਾਹ ਜੀ ਚਲਾਉਂਦੇ ਆ, ਸਭ ਵਰਤੇ ਹੈ ਨਾਨਕ ਤੈਸੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿਸ ਤਰ੍ਹਾਂ ਹੀ ਵਰਤਦੇ ਨੇ। ਦੇ ਅਸਨ ਬਸਨ ਸਭ ਤਾਈ। ਸਾਰਿਆਂ ਦੇ ਤਾਈਂ ਸੱਚੇ ਪਾਤਸ਼ਾਹ ਜੀ ਮਹਾਰਾਜ ਵਸਤਰ ਭੋਜਨ ਦਈ ਜਾਂਦੇ ਆ। ਜਿਹੜਾ ਵੀ ਕੋਈ ਆਉਂਦਾ ਏ ਕਰ ਛੂਛਾ ਕੋ ਨਾ ਪਠਾਈ। ਸੱਚੇ ਪਾਤਸ਼ਾਹ ਜੀ ਹੱਥੋਂ ਖਾਲੀ ਨਹੀਂ ਕਿਸੇ ਨੂੰ ਭੇਜਦੇ। ਜਿਹੜਾ ਵੀ ਆਉਂਦਾ ਉਹਦੇ ਹੱਥ ਉਹਦੀਆਂ ਝੋਲੀਆਂ ਭਰ ਦਿੰਦੇ ਆ। ਪੁਰ ਪਸਰੀ ਕੀਰਤ ਰੂਰੀ। ਬਹੁਤ ਸੋਹਣੀ ਮਹਾਰਾਜ ਦੀ ਜਿਹੜੀ ਸੀ ਨਾ ਸੁੰਦਰ ਕੀਰਤੀ ਜਸ ਸਾਰਿਆਂ ਨਗਰਾਂ ਵਿੱਚ ਫੈਲ ਗਿਆ। ਨਰ ਨਾਰਨ ਘਰ ਘਰ ਪੂਰੀ। ਨਰ ਬਨੁੱਖ ਇਸਤਰੀਆਂ ਘਰ ਘਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭਾਰੀ ਜਸ ਕਰਦੇ ਆ। ਕਹਿ ਪਾਂਤ ਮਰਾਲਨ ਭੂਲੀ। ਇਉਂ ਜਾਣੋ ਕਿ ਜਿਵੇਂ ਹੰਸਾਂ ਦੀ ਸੋਹਣੀ ਡਾਰ ਹੀ ਜਿਵੇਂ ਇਸ ਪ੍ਰਕਾਰ ਹੈ ਨਾ, ਇਉਂ ਸਤਿਗੁਰੂ ਜੀ ਦੀ ਪਵਿੱਤਰ ਕੀਰਤੀ ਹੋ ਰਹੀ ਹੈ। ਕਲ ਕਿਦੋਂ ਮਾਲਤੀ ਫੂਲੀ। ਜਾਂ ਕਿ ਇਸ ਪ੍ਰਕਾਰ ਮਾਲਤੀ ਦੇ ਫੁੱਲ ਹੀ ਖਿੜੇ ਹੋਏ ਹਨ। ਜਿਉ ਸੁਰ ਤਰ ਅਨਕ ਉਦਾਰਾ। ਜਿਉਂ ਇਸ ਪ੍ਰਕਾਰ ਕਲਪ ਬ੍ਰਿਸ਼ ਹੁੰਦਾ ਨਾ, ਤੇ ਇਵੇਂ ਸਤਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਉਦਾਰ ਹਨ, ਦਾਤੇ ਹਨ ਸਤਿਗੁਰੂ ਜੀ। ਕਲਪ ਬ੍ਰਿਸ਼ ਤਾਂ ਜਿਹੜਾ ਹੈ ਉਹ ਮੁਕਤੀ ਨਹੀਂ ਨਾ ਦੇ ਸਕਦਾ ਹੈ। ਸੰਸਾਰ ਦੀਆਂ ਹੋਰ ਚੀਜ਼ਾਂ ਤੇ ਦੇ ਦੂ, ਸਵਰਗ ਦੇ ਸੁੱਖ ਦੇ ਦੂ, ਪਰ ਇੱਕ ਦੇ ਦ੍ਰਿਸ਼ਟਾਂਤ ਜਿਹੜਾ ਇੱਕ ਅੰਗੀ ਕਵਿਰਾਜ ਕਹਿੰਦੇ ਆ, ਮਹਾਰਾਜ ਦਾ ਉਦਾਰ ਚਿੱਤ ਹੈ। ਸੱਚੇ ਪਾਤਸ਼ਾਹ ਦਾਤਾਂ ਦਈ ਜਾਂਦੇ ਆ। ਤਿਉ ਦੇਤ ਨਾ ਹੋਤ ਅਵਾਰਾ। ਮਹਾਰਾਜ ਇਉਂ ਦਿੰਦੇ ਆ, ਦੇਰੀ ਨਹੀਂ ਲੱਗਦੀ ਹੈ। ਨਿਤ ਭੂਰ ਫਕੀਰਨ ਭੀਰਾ। ਬਹੁਤ ਜ਼ਿਆਦੀ ਨਿਤਾ ਪ੍ਰਤੀ ਫਕੀਰਾਂ ਦੀ ਭੀੜ ਜਿਹੜੀ ਆ ਹੱਟ ਦੇ ਅੱਗੇ ਲੱਗੀ ਰਹਿੰਦੀ ਹੈ। ਦੇ ਹਰਖੇ ਹਿਰਦੇ ਸਧੀਰਾ। ਸਹਿਤ ਧੀਰਜ ਦੇ ਸਤਿਗੁਰੂ ਜੀ ਦੇ ਦੇ ਕੇ ਬਹੁਤ ਪ੍ਰਸੰਨ ਹੁੰਦੇ ਆ ਗਰੀਬ ਨਵਾਜ। ਸੱਚੇ ਪਾਤਸ਼ਾਹ ਜੀ ਇਉਂ 13 ਹੀ 13 ਤੋਲ ਦਿੰਦੇ ਆ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਤੋਲ ਤੇ ਆਉਂਦੇ ਆ, ਭਰ ਭਰ ਕੇ ਹੀ ਸੱਚੇ ਪਾਤਸ਼ਾਹ ਜੀ ਪਾਈ ਜਾਂਦੇ ਆ। ਦੋਹਰਾ ਕਿਤਕ ਕਾਲ ਬੀਤਤ ਭਇਓ। ਕਿੰਨਾ ਕੁ ਸਮਾਂ ਜਦੋਂ ਇਸ ਪ੍ਰਕਾਰ ਬਤੀਤ ਹੋਇਆ, ਤਬਹਿ ਪਿਸ਼ਨ ਇੱਕ ਆਏ। ਤਦੋਂ ਇੱਕ ਚੁਗਲ ਜਿਹੜਾ ਸੀ ਨਾ, ਉਹਨੇ ਆ ਕਰਕੇ ਦੂਤੀ ਕਰੀ ਜੈ ਰਾਮ ਪੈ। ਚੁਗਲੀ ਕੀਤੀ ਆ ਕੇ ਸ੍ਰੀ ਗੁਰੂ ਜੀ ਦੀ ਭਾਈਆ ਜੈ ਰਾਮ ਜੀ ਦੇ ਕੋਲ। ਸਦਨ ਇਕੰਤ ਬਸਾਏ। ਘਰ ਦੇ ਵਿੱਚ ਇਕੱਲਿਆਂ ਨੂੰ ਬਿਠਾ ਕਰਕੇ ਨਾ ਜੈ ਰਾਮ ਜੀ ਨੂੰ, ਤੇ ਇਸ ਚੁਗਲ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਚੁਗਲੀ ਕਰਨਾ ਕੀਤੀ। ਕੀ ਚੁਗਲੀ ਕੀਤੀ ਹੈ? ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬੇਬੇ ਨਾਨਕੀ ਜੀ ਘਰ ਬੁਲਾਉਂਦੇ ਆ ਹਜੂਰ ਨੂੰ, ਸੱਚੇ ਪਾਤਸ਼ਾਹ ਜੀ ਮਹਾਰਾਜ ਕਿਵੇਂ ਸ਼ੰਕਾ ਨਿਵਰਤ ਕਰਦੇ ਆ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਗਰੀਬ ਨਵਾਜ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਕਿਤਕ ਕਾਲ ਬੀਤਤ ਭਇਓ। ਤਬਹਿ ਪਿਸ਼ਨ ਇੱਕ ਆਏ। ਦੂਤੀ ਕਰੀ ਜੈ ਰਾਮ ਪੈ। ਸਦਨ ਇਕੰਤ ਬਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। हे ਸੰਗੀ ਹੈ ਨਿਰੰਕਾਰ, हे ਨਿਰਗੁਣ ਸਭ ਟੇਕ। हे ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਤਬੇਕ।
ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਮੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।